ਗੁਰੂ ਨਾਨਕ ਪਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਰਾਮ ਗੁਰੂ ਅਰਜਨ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਹਰ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਾਰਹੁ ਸਾਧਨ ਪਾਏ ਕੈ ਸਤਿਗੁਰ ਸ਼ਰਨ ਸਿਧਾਏ। ਪਰਖੈ ਮਹਾ ਸੁਜਾਨ ਤਬ ਬ੍ਰਹਮ ਵਿਦਿਆ ਸਿਖਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚੱਲ ਰਹੇ ਲੜੀਵਾਰ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਜੀ ਦੇ ਪੰਜਾਂ ਪਿਆਰਿਆਂ ਦੇ ਜਥੇਦਾਰ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਨੇ, ਸ਼ਾਸਤਰਾਂ ਦਾ ਗਿਆਨ ਦੇ ਰਹੇ ਨੇ।
ਸ਼ਾਸਤਰਾਂ ਵਿੱਚ ਜੋ ਬ੍ਰਹਮ ਸਰੂਪ ਨਿਰੂਪਣ ਕੀਤਾ ਗਿਆ ਹੈ ਉਹ ਗਿਆਨ ਦੇ ਰਹੇ ਨੇ। ਨਾਲ ਦੱਸ ਰਹੇ ਨੇ ਕਿਹਦੀ ਸੰਗਤ ਕਰਨੀ ਹੈ, ਕਿਸ ਦੀ ਨਹੀਂ ਕਰਨੀ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਮਹਾਤਮ, ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦਾ ਮਹਾਤਮ, ਇਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਦ੍ਰਿੜ ਕਰਾ ਰਹੇ ਨੇ। ਉਸ ਵੇਲੇ ਦੇ ਵਰਤਮਾਨ ਦੇ ਸਮੇਂ ਵਿੱਚ ਭਾਈ ਦਇਆ ਸਿੰਘ ਜੀ ਪਾਸੋਂ ਉਪਦੇਸ਼ ਸੁਣਨੇ ਵਾਲੇ ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ ਵੀ ਜਿਤਨੇ ਸੁਣਨੇ ਵਾਲੇ ਹਨ, ਜੋ ਇਹਨਾਂ ਨੂੰ ਸੁਣ ਕੇ ਕਮਾਉਣਗੇ, ਅਭਿਆਸ ਕਰਕੇ ਨਿਧਿਆਸਨ ਕਰਨਗੇ, ਮਨਨ ਕਰਕੇ, ਉਹਨਾਂ ਦੀ ਕਲਿਆਣ ਹੋਵੇਗੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਧਰ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਚਾਰੋਂ ਸਾਧਨ ਪਾਏ ਕੈ, ਸਤਿਗੁਰ ਸ਼ਰਨ ਸਿਧਾਏ। ਚਾਰੇ ਸਾਧਨ ਪਿੱਛੇ ਦੱਸੇ ਨੇ। ਚਾਰ ਸਾਧਨ ਕਿਹੜੇ ਹੁੰਦੇ ਅਧਿਕਾਰੀ ਵਿੱਚ? ਸਿੱਖ ਵਿੱਚ ਇਹ ਚਾਰੇ ਸਾਧਨ ਹੋਣ ਤਾਂ ਅਧਿਕਾਰੀ ਹੁੰਦਾ। ਪਹਿਲਾ ਵਿਰਾਗ ਹੈ, ਫਿਰ ਵਿਵੇਕ ਹੈ, ਖਟ ਸੰਪਤੀ ਹੈ ਤੇ ਮਮੋਕਸ਼ੂ ਹੋਣਾ। ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਜਿਹੜਾ ਸਿੱਖ ਸੰਪੰਨ ਹੋ ਜਾਂਦਾ, ਜਿਹੜੇ ਸਿੱਖ ਵਿੱਚ ਇਹ ਚਾਰੇ ਸਾਧਨ ਆ ਜਾਂਦੇ ਨੇ, ਵਿਰਾਗ ਵੀ, ਵਿਵੇਕ ਵੀ, ਖਟ ਸੰਪਤੀ ਵੀ ਔਰ ਵਿਮੋਕਸ਼ੂ ਹੋਣਾ। ਇਹਨਾਂ ਚੌਂ ਸਾਧਨਾਂ ਦੇ ਸਹਿਤ ਜੇ ਕੋਈ ਸਿੱਖ ਜਾਂ ਕੋਈ ਵੀ ਪ੍ਰਾਣੀ ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਕੀ ਹਜ਼ੂਰੀ ਵਿੱਚ ਚੱਲ ਕੇ ਆਉਂਦਾ ਹੈ, ਪਰਖੈ ਮਹਾ ਸੁਜਾਨ ਤਬ ਬ੍ਰਹਮ ਵਿਦਿਆ ਸਿਖਰਾਏ। ਫਿਰ ਸੁਜਾਨ ਸਤਿਗੁਰੂ ਜੀ ਜੋ ਮਹਾਨ ਵਿਦਵਾਨ ਵੀ ਨੇ, ਪਰਉਪਕਾਰੀ ਨੇ, ਗਿਆਨ ਦਾ ਅਥਾਹ ਸਾਗਰ ਨੇ, ਐਸੇ ਸਤਿਗੁਰੂ ਜੀ ਫਿਰ ਆਪਣੇ ਸਿੱਖ ਦੀ ਪਰਖ ਕਰਦੇ ਨੇ, ਵੇਖਦੇ ਨੇ ਵੀ ਇਹਦੇ 'ਚ ਚਾਰੇ ਸਾਧਨ ਹੈਨ। ਪਰਖ ਕੇ ਫਿਰ ਉਸ ਸਿੱਖ ਨੂੰ ਬ੍ਰਹਮ ਵਿਦਿਆ ਦਾ ਉਪਦੇਸ਼ ਬਖਸ਼ਦੇ ਹਨ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਨੇ ਨਾ, ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ। ਜਦੋਂ ਗੁਰੂ ਪਾਤਸ਼ਾਹ ਤੁਠਦੇ ਨੇ ਫਿਰ ਉਪਦੇਸ਼ ਦਿੰਦੇ। ਤੁਠਦੇ ਕਦੋਂ ਨੇ? ਜਦੋਂ ਚਾਰੇ ਸਾਧਨ ਹੋਣ ਸਿੱਖ ਦੇ ਵਿੱਚ, ਫਿਰ ਤੁਠਦੇ ਨੇ, ਫਿਰ ਉਪਦੇਸ਼ ਦਿੰਦੇ ਨੇ ਬ੍ਰਹਮ ਵਿਦਿਆ ਦਾ। ਔਰ ਬ੍ਰਹਮ ਵਿਦਿਆ ਦਾ ਉਪਦੇਸ਼ ਦਿੰਦੇ ਹੀ ਨਹੀਂ, ਬਕਾਇਦਾ ਆਪਣੇ ਉਸ ਸਿੱਖ ਨੂੰ ਬ੍ਰਹਮ ਵਿਦਿਆ ਸਿਖਾਉਂਦੇ ਹਨ। ਚੌਪਈ ਚਾਰ ਪ੍ਰਕਾਰ ਹੈ ਬ੍ਰਹਮ ਗਿਆਨ। ਜਿਹੜਾ ਬ੍ਰਹਮ ਗਿਆਨ ਹੈ ਇਹ ਵੀ ਅੱਗੇ ਚਾਰ ਪ੍ਰਕਾਰ ਦਾ ਦੱਸ ਰਹੇ ਹੈ। ਵੈਸੇ ਸ਼ਾਸਤਰਾਂ ਵਿੱਚ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਦੱਸਿਆ। ਇੱਕ ਅਪਰੋਕਸ਼ ਬ੍ਰਹਮ ਗਿਆਨ ਹੈ, ਦੂਸਰਾ ਪਰੋਕਸ਼ ਬ੍ਰਹਮ ਗਿਆਨ ਹੈ। ਪਰ ਇੱਥੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਦੱਸਦੇ ਨੇ ਵੀ ਬ੍ਰਹਮ ਗਿਆਨ ਚਾਰ ਪ੍ਰਕਾਰ ਨਾਲ ਹੁੰਦਾ ਹੈ। ਉਹ ਚਾਰ ਤਰੀਕੇ ਕਿਹੜੇ ਨੇ ਉਹ ਦੱਸਦੇ ਨੇ, ਸੁਣੋ ਭਾਈ। ਸ਼ਰਵਣ ਮਨਨ ਨਿਧਿਆਸਨ ਜਾਨ। ਪਹਿਲਾ ਹੈ ਸੁਣ ਕੇ, ਸ਼ਰਵਣ ਕਰਕੇ, ਸੁਣ ਕੇ ਬ੍ਰਹਮ ਗਿਆਨ ਹੁੰਦਾ। ਦੂਸਰਾ ਮਨਨ ਕਰਕੇ ਬ੍ਰਹਮ ਗਿਆਨ ਹੁੰਦਾ, ਜਦੋਂ ਅਸੀਂ ਮਨਨ ਕਰਦੇ ਹਾਂ। ਤੀਸਰਾ ਫਿਰ ਨਿਧਿਆਸਨ ਕਰਕੇ, ਜਦੋਂ ਉਹਨੂੰ ਆਪਣੇ ਜੀਵਨ ਵਿੱਚ ਢਾਲਦੇ ਆ, ਉਹਦੀ ਕਮਾਈ ਕਰਦੇ ਆ, ਜੋ ਸੁਣਿਆ ਜੋ ਮੰਨਿਆ। ਹਾਂਜੀ, ਇਹ ਤਿੰਨ ਪ੍ਰਕਾਰ ਦਾ ਦੱਸ ਕੇ ਹੁਣ ਚੌਥਾ ਬ੍ਰਹਮ ਗਿਆਨ ਦੱਸਦੇ ਹਨ। ਚੌਥੇ ਸਾਖਿਆਤ ਗੁਰ ਕਹੈ। ਚੌਥਾ ਸਤਿਗੁਰੂ ਜੀ ਕਹਿੰਦੇ ਆ ਸਾਖਸ਼ਾਤਕਾਰ, ਜਦੋਂ ਬਿਲਕੁਲ ਪ੍ਰਤੱਖ ਹੋ ਜੇ। ਹੱਥ ਦੇ ਜਿਵੇਂ ਤਲੀ ਤੇ ਔਲਾ ਰੱਖਿਆ ਹੁੰਦਾ ਨਾ,
ਤੇ ਤਲੀ ਤੇ ਰੱਖੇ ਹੋਏ ਔਲੇ ਦੇ ਸਮਾਨ, ਜਿਵੇਂ ਔਲਾ ਸਾਹਮਣੇ ਦਿਸਦਾ ਹੈ, ਏਦਾਂ ਆਤਮਾ ਦਾ ਸਾਖਸ਼ਾਤਕਾਰ ਹੋ ਜਾਏ, ਇਹ ਚੌਥਾ ਬ੍ਰਹਮ ਗਿਆਨ ਹੈ। ਸਰਵਣ ਮਨਨ ਨਿਧਿਆਸਣ ਤੇ ਸਾਖਸ਼ਾਤਕਾਰ, ਇਹ 4 ਪ੍ਰਕਾਰ ਦਾ ਬ੍ਰਹਮ ਗਿਆਨ ਹੈ। ਜਿਸ ਕੋ ਪਾਏ ਨਾ ਜਗ ਮਹਿ ਬਹੈ। ਜਿਹੜਾ ਇਸ 4 ਪ੍ਰਕਾਰ ਦੇ ਕਿਉਂਕਿ ਪਹਿਲਾਂ ਸੁਣ ਕੇ ਗਿਆਨ ਹੋਣਾ, ਫਿਰ ਮੰਨ ਕੇ ਹੋਣਾ, ਫਿਰ ਨਿਧਿਆਸਣ ਕਰਕੇ ਹੋਣਾ, ਤੇ ਫਿਰ ਸਾਖਸ਼ਾਤਕਾਰ ਹੋਣਾ। ਇਹ 4 ਪੜਾਅ ਨੇ ਜਿਨ੍ਹਾਂ ਵਿੱਚੋਂ ਲੰਘਣਾ ਪੈਂਦਾ ਹੈ। ਤਦੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਪਹਿਲਾਂ 4 ਪੌੜੀਆਂ ਸੁਣਨ ਦੀਆਂ ਕਹੀਆਂ ਨੇ, ਫਿਰ 4 ਮੰਨਣ ਦੀਆਂ ਕਹੀਆਂ ਨੇ, ਫਿਰ 1 ਪੌੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਉਹ ਨਿਧਿਆਸਣ ਦੀ ਕਹੀ ਹੈ, ਫਿਰ ਤੂੰ ਸਦਾ ਸਲਾਮਤ ਨਿਰੰਕਾਰ ਕਹਿ ਕੇ ਸਾਖਸ਼ਾਤਕਾਰ ਕੀਤਾ ਹੈ। ਤੋ ਇਸ ਪ੍ਰਕਾਰ ਨਾਲ ਇਹ 4 ਤਰੀਕਿਆਂ ਦੇ ਨਾਲ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਸੁਣ ਕੇ ਮੰਨ ਕੇ ਕਮਾ ਕੇ ਫਿਰ ਸਾਖਸ਼ਾਤਕਾਰ ਕਰਕੇ ਜਿਨ੍ਹਾਂ ਨੂੰ ਬ੍ਰਹਮ ਦਾ ਸਰੂਪ ਸਾਖਸ਼ਾਤਕਾਰ ਹੋ ਜਾਂਦਾ ਹੈ, ਫਿਰ ਉਸ ਸਾਖਸ਼ਾਤਕਾਰ ਹੋਏ ਸਰੂਪ ਤੋਂ ਬਾਅਦ ਉਹ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੋ ਜਾਂਦੇ ਨੇ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਵਹਿਣਾ ਪੈਂਦਾ। ਜਿਸ ਕੋ ਪਾਏ ਨਾ ਜਗ ਮੈਂ ਬਹਿ, ਜਿਸ ਨੂੰ ਪ੍ਰਾਪਤ ਕਰਕੇ ਫਿਰ ਉਹ ਜਗਤ ਦੇ ਵਹਿਣ ਵਿੱਚ ਨਹੀਂ ਵਹਿੰਦੇ, ਭਾਵ ਉਹਨਾਂ ਦਾ ਜੰਮਣ ਮਰਨ ਨਹੀਂ ਹੁੰਦਾ। ਪ੍ਰਥਮ ਸ਼ਰਵਣ ਖਟ ਲਿੰਗ ਪ੍ਰਕਾਰ। ਹੁਣ ਸ਼ਰਵਣ ਕੀ ਆ, ਉਹਦਾ ਸਰੂਪ ਦੱਸਦੇ ਨੇ। ਸ਼ਰਵਣ ਖਾਲਸਾ ਜੀ 6 ਪ੍ਰਕਾਰ ਦਾ ਹੈ, ਉਹਦੇ ਖਟ ਲਿੰਗ ਨੇ, ਯਾਨੀ ਕਿ 6 ਪ੍ਰਕਾਰ ਦਾ ਸ਼ਰਵਣ ਹੈ, 6 ਪ੍ਰਕਾਰ ਦਾ ਉਹਦਾ ਸਰੂਪ ਦੱਸਦੇ ਹਨ। ਹਾਂਜੀ, ਜਿਸ ਤੇ ਚੇਤਨ ਅਦੁੱਤ ਮਝਾਰ। ਜਿਸ ਤੋਂ ਚੇਤਨ ਜੋ ਅਦੁੱਤੀ, ਅਦੁੱਤੀ ਦਾ ਮਤਲਬ ਜਿਸ ਵਰਗਾ ਕੋਈ ਦੂਜਾ ਨਹੀਂ, ਜੋ ਇੱਕ ਹੈ, ਜੋ ਅਦੁੱਤੀ ਹੈ, ਉਸ ਅਦੁੱਤੀ ਚੇਤਨ ਸਰੂਪ ਵਿੱਚ, ਜਿਸ ਵਿੱਚ ਉਹਦੇ ਅੰਦਰ ਤਾਤ ਪਰਯ ਕੋ ਨਿਸ਼ਚੈ ਹੋਏ। ਤਾਤ ਪਰਜ ਦਾ ਨਿਸ਼ਚਾ ਹੋਵੇ ਸੁਣ ਕੇ, ਤਾਤ ਪਰਜ ਦਾ ਨਿਸ਼ਚਾ ਹੋਵੇ ਸੁਣ ਕੇ। ਸ਼੍ਰੀ ਸਤਿਗੁਰੂ ਸ਼ਰਵਣ ਕਹਿ ਸੋਏ। ਸਤਿਗੁਰੂ ਜੀ ਇਸ ਨੂੰ ਸ਼ਰਵਣ ਕਹਿੰਦੇ ਆ। ਸ਼ਰਵਣ ਕੀ ਹੈ, ਪਹਿਲਾਂ ਇਹ ਸੁਣੋ। ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸੁਣ ਕੇ ਉਹਦੇ ਵਿੱਚ ਨਿਸ਼ਚਾ ਹੋਣਾ। ਪਹਿਲਾਂ ਸੁਣਿਆ, ਸਤਿਗੁਰਾਂ ਦੱਸਿਆ ਰੱਬ ਬਾਰੇ, ਸੁਣ ਕੇ ਫਿਰ ਉਹਦੇ 'ਚ ਨਿਸ਼ਚਾ ਹੋਣਾ, ਇਹਨੂੰ ਕਹਿੰਦੇ ਆ ਸ਼ਰਵਣ। ਇਹ ਅੱਗੇ 6 ਪ੍ਰਕਾਰ ਦਾ ਹੈ ਸ਼ਰਵਣ। ਉਹ ਹੁਣ ਆਪ ਜੀ ਨੂੰ ਭਾਈ ਦਇਆ ਸਿੰਘ ਜੀ ਦੱਸਦੇ ਹਨ। ਇੱਕ ਉਪਕਰਮ ਅਰ ਉਪ ਸੰਹਾਰ। ਇਹਨਾਂ ਵਿੱਚੋਂ ਜਿਹੜਾ ਪਹਿਲਾ ਹੈ ਉਹ ਹੈ ਉਪਕਰਮ ਤੇ ਉਪ ਸੰਹਾਰ। ਇਹ ਪਹਿਲਾ ਸ਼ਰਵਣ ਹੈ। ਇਹ ਸ਼ਰਵਣ ਦਾ ਪਹਿਲਾ ਪ੍ਰਕਾਰ ਹੈ। ਸੁਣਨ ਦਾ ਮਹਾਤਮ ਦੱਸਿਆ ਗੁਰੂ ਨਾਨਕ ਸਾਹਿਬ ਨੇ, ਪਰ ਸ਼ਰਵਣ ਦੇ ਸਰੂਪ ਕੀ ਹੈ? ਸ਼ਰਵਣ ਦਾ, ਸੁਣਨ ਦਾ, ਸਰਵਣ ਦਾ ਮਤਲਬ ਸੁਣਨ ਦਾ ਸਰੂਪ ਕੀ ਹੈ? ਉਹ ਕਿੰਨੇ ਪ੍ਰਕਾਰ ਦਾ, ਉਹ ਵੀ ਜਪਜੀ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ। ਭਾਈ ਦਇਆ ਸਿੰਘ ਜੀ ਜੋ ਸ੍ਰੀ ਜਪਜੀ ਸਾਹਿਬ ਦੇ ਵਿੱਚ ਉਹ ਸ਼ਰਵਣ 6 ਪ੍ਰਕਾਰ ਦਾ ਦਰਸਾਇਆ ਹੈ, ਮਹਾਕਵੀ ਭਾਈ ਸੰਤੋਖ ਸਿੰਘ ਜੀ ਉਸ ਨੂੰ ਉਜਾਗਰ ਕਰ ਰਹੇ ਨੇ, ਪ੍ਰਗਟ ਕਰ ਰਹੇ ਨੇ। ਅਸੀਂ ਪੜ੍ਹਦੇ ਹਾਂ ਰੋਜ਼, ਪਰ ਸਾਨੂੰ ਨਹੀਂ ਪਤਾ ਵੀ ਇਹਦੇ ਵਿੱਚ ਗੁਰੂ ਸਾਹਿਬ ਨੇ ਸ਼ਰਵਣ ਦਾ ਸਰੂਪ ਦੱਸਿਆ। ਸੁਣਨ ਦੀ ਮਹਿਮਾ ਤਾਂ ਅਸੀਂ ਸੁਣ ਲਈ, ਪਰ ਸ਼ਰਵਣ ਦਾ ਸਰੂਪ ਕੀ ਹੈ? ਉਹ ਕੀ ਹੁੰਦਾ? ਉਹ ਕਿਤਨੇ ਪ੍ਰਕਾਰ ਦਾ ਹੁੰਦਾ? ਉਹ ਦੱਸਦੇ ਨੇ। ਉਹਦੇ ਵਿੱਚੋਂ ਪਹਿਲਾ ਹੈ ਉਪਕਰਮ ਤੇ ਉਪ ਸੰਹਾਰ। ਦੂਜੇ ਕੋ ਅਭਿਆਸ ਉਚਾਰ। ਦੂਜਾ ਹੈ ਅਭਿਆਸ, ਦੂਸਰਾ ਸ਼ਰਵਣ ਹੈ ਅਭਿਆਸ। ਸ਼ਰਵਣ ਅਪੂਰਬਤਾ ਲਖ 3। ਔਰ ਤੀਸਰਾ ਹੈ ਸ਼ਰਵਣ ਅਪੂਰਬਤਾ। ਅਪੂਰਬਤਾ ਉਸ ਨੂੰ ਵੀ ਸ਼ਰਵਣ ਕਹਿੰਦੇ। ਤੀਸਰੇ ਪ੍ਰਕਾਰ ਦਾ ਸ਼ਰਵਣ ਹੈ ਫਲ ਪੁਨ ਅਰਥ ਬਾਦ ਕੋ ਚੀਨ। ਔਰ ਚੌਥਾ ਹੈ ਫਲ, ਇਹਨੂੰ ਪ੍ਰਯੋਜਨ ਵੀ ਕਹਿੰਦੇ ਆ, ਫਲ। ਔਰ ਫਿਰ ਪੰਜਵਾਂ ਹੈ ਅਰਥਵਾਦ। ਇਹ ਪੰਜਵਾਂ ਪ੍ਰਕਾਰ ਦਾ ਸ਼ਰਵਣ ਹੈ। ਉਪਪਤ ਖਸ਼ਟਮ ਕਰਹਿ ਉਚਾਰਨ। ਔਰ 6ਵਾਂ ਸ਼ਰਵਣ ਦਾ ਸਰੂਪ ਹੈ ਉਪਪਤ, ਉਪਪਤੀ ਹੋਣੀ।
ਇਹ 6 ਪ੍ਰਕਾਰ ਦਾ ਸ਼ਰਵਣ ਹੈ। ਅਬ ਇਨਕੇ ਕਰ ਅਰਥ ਵਿਚਾਰਨ। ਭਾਈ ਦਇਆ ਸਿੰਘ ਜੀ ਨੇ ਜਦੋਂ ਦੱਸਿਆ ਨਾ ਵੀ ਇਹ 6 ਪ੍ਰਕਾਰ ਦਾ ਸ਼ਰਵਣ ਹੈ, ਸਿੰਘਾਂ ਅੱਗੋਂ ਬੇਨਤੀ ਕੀਤੀ। ਕਹਿੰਦੇ ਭਾਈ ਸਾਹਿਬ ਆਪ ਜੀ ਨੇ ਜੋ ਇਹ 6 ਪ੍ਰਕਾਰ ਦਾ ਸ਼ਰਵਣ ਦੱਸਿਆ ਹੈ, ਉਪਕਰਮ, ਉਪਸੰਹਾਰ, ਅਭਿਆਸ, ਤੇ ਇਹਦਾ ਮਹਾਰਾਜ ਜੀ ਅਰਥ ਕਰਕੇ ਦੱਸੋ, ਵੀ ਇਹਦੀ ਵਿਆਖਿਆ ਕਰਕੇ ਦੱਸੋ ਵੱਖੋ ਵੱਖਰੇ ਕਿਹੜੇ ਨੇ, ਇਹਨਾਂ ਦਾ ਵੱਖੋ ਵੱਖਰਾ ਸਵਰੂਪ ਦੱਸੋ ਸਾਨੂੰ। ਹੁਣ ਅਸੀਂ ਉਪਕਰਮ ਉਪਸੰਹਾਰ ਸੁਣ ਲਿਆ, ਪਰ ਇਹ ਹੁੰਦਾ ਕੀ ਹੈ? ਜਾਂ ਅਸੀਂ ਸੁਣ ਲਿਆ ਅਭਿਆਸ ਸ਼ਰਵਣ, ਇਹਦਾ ਕੀ ਮਤਲਬ ਹੈ? ਅਪੂਰਬਤਾ, ਇਹਦਾ ਕੀ ਅਰਥ ਹੈ? ਫਲ ਦਾ ਕੀ ਸਵਰੂਪ ਹੈ? ਅਰਥਵਾਦ ਦਾ ਕੀ ਸਵਰੂਪ ਹੈ? ਉਪਮਤੀ ਕਿਸ ਨੂੰ ਕਹਿੰਦੇ ਨੇ? ਇਹ ਜਿਹੜੇ 6 ਪ੍ਰਕਾਰ ਦੇ ਸ਼ਰਵਣ ਭਾਈ ਸਾਹਿਬ ਜੀ ਆਪ ਜੀ ਨੇ ਦੱਸੇ ਨੇ, ਸ਼ਰਵਣ ਦੇ ਪ੍ਰਕਾਰ 6, ਇਹਦੇ ਸਾਨੂੰ ਅਰਥ ਕਰਕੇ ਸਮਝਾਓ। 6 ਵੱਖੋ ਵੱਖਰੇ ਇਹਨਾਂ ਦਾ ਸਵਰੂਪ ਜਿਹੜਾ ਹੈ ਉਹ ਵਿਆਖਿਆ ਕਰਕੇ ਆਪ ਜੀ ਸਾਨੂੰ ਸਮਝਾਓ। ਅਰਥ ਜੋ ਆਦ ਗ੍ਰੰਥ ਮਹਿ ਧਰਨਾ। ਹੁਣ ਭਾਈ ਦਇਆ ਸਿੰਘ ਜੀ ਕਹਿੰਦੇ ਸੁਣੋ ਖਾਲਸਾ ਜੀ, ਪਹਿਲਾਂ ਤੁਹਾਨੂੰ ਦਸੀਏ ਪਹਿਲਾ ਸ਼ਰਵਣ ਹੈ ਉਪਕਰਮ ਉਪਸੰਹਾਰ। ਉਹ ਹੁਣ ਸੁਣੋ, ਜਿਹੜਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਦੇ ਵਿੱਚ ਰੱਖਿਆ ਹੋਇਆ, ਪੰਕਤੀਆਂ ਨੇ ਗੁਰਬਾਣੀ ਦੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਉਹਨਾਂ ਪੰਕਤੀਆਂ ਵਿੱਚ ਜਿਹੜਾ ਅਰਥ ਦੱਸਿਆ ਹੋਇਆ ਹੈ, ਤਿਸ ਕੋ ਪ੍ਰਤਿਪਾਦਨ ਬਹੁ ਕਰਨਾ। ਉਸ ਅਰਥਾਂ ਦਾ ਪ੍ਰਤਿਪਾਦਨ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪੰਕਤੀ ਮਹਾਰਾਜ ਜੀ ਨੇ ਕਹੀ ਆ, ਉਹਦੇ ਵਿੱਚ ਜਿਹੜਾ ਅਰਥ ਰੱਖਿਆ ਹੋਇਆ ਹੈ, ਉਸ ਅਰਥ ਦਾ ਪ੍ਰਤਿਪਾਦਨ ਕਰਨਾ, ਯਾਨੀ ਕਿ ਉਹਦਾ ਸਵਰੂਪ ਵਰਣਨ ਕਰਨਾ। ਤਿਸੀ ਅਰਥ ਮਹਿ ਹੋਏ ਸਮਾਪਤ। ਜਿਸ ਵਿਸ਼ੇ ਤੇ ਸ਼ੁਰੂਆਤ ਕਰਨੀ, ਉਸੇ ਵਿਸ਼ੇ ਤੇ ਉਸੇ ਅਰਥ ਤੇ ਸਮਾਪਤੀ ਕਰਨੀ। ਜਿਸ ਵਿਸ਼ੇ ਤੇ ਸ਼ੁਰੂਆਤ ਹੋਣੀ, ਉਸੇ ਵਿਸ਼ੇ ਦੇ ਉੱਤੇ ਸਮਾਪਤੀ ਹੋਣੀ। ਉਪਕਰਮ ਉਪਸੰਹਾਰ ਜਾਨ ਚਿਤ। ਇਹਨੂੰ ਕਹਿੰਦੇ ਨੇ ਉਪਕਰਮ ਤੇ ਉਪਸੰਹਾਰ। ਇਹ ਪਹਿਲਾ ਅਰਥ ਹੈ, ਇਹ ਪਹਿਲਾ ਸ਼ਰਵਣ ਹੈ। ਅੱਗੇ ਉਦਾਹਰਣ ਦੇ ਕੇ ਵੀ ਸਮਝਾਉਂਦੇ ਹਨ। ਸ਼੍ਰੀ ਨਾਨਕ ਜੀ ਕੀ ਨ ਬਣਾਏ। ਕਹਿੰਦੇ ਸਿੱਖੋ ਤੁਹਾਨੂੰ ਉਦਾਹਰਣ ਦੇ ਕੇ ਵੀ ਸਮਝਾ ਦਿੰਨੇ ਆ, ਤਾਂ ਜੋ ਗੱਲ ਸਮਝ ਵਿੱਚ ਆ ਜਾਵੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਰਵਣ ਦੀ ਵਰਤੋਂ ਜਪਜੀ ਸਾਹਿਬ 'ਚ ਕੀਤੀ ਹੈ। ਉਪਕਰਮ ਤੇ ਉਪਸੰਹਾਰ ਦੀ ਜਿਹੜੀ ਵਰਤੋਂ ਹੈ, ਉਹ ਸ੍ਰੀ ਜਪਜੀ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਉਦਾਹਰਣ ਸੁਣ ਲਿਹੋ ਸੁਖ ਪਾਏ। ਇਹ ਗੁਰਸਿੱਖੋ ਤੁਸੀਂ ਉਹ ਉਦਾਹਰਣ ਸੁਣੋ, ਜਿਸ ਨੂੰ ਸੁਣ ਕੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਆਦ ਸੱਚ ਜੁਗਾਦ ਸੱਚ। ਹੁਣ ਇਹ ਸ਼ਲੋਕ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦਾ। ਇਹਦੇ ਪ੍ਰਾਰੰਭ ਦੇ ਵਿੱਚ ਜਿਹੜਾ ਵਿਸ਼ਾ ਚੱਲ ਰਿਹਾ, ਸਮਾਪਤੀ ਤੇ ਵੀ ਉਹੀ ਹੋਵੇਗਾ। ਪ੍ਰਾਰੰਭ ਦੇ ਵਿੱਚ ਸੱਚ ਦੀ ਗੱਲ ਹੋ ਰਹੀ ਹੈ ਕਿ ਮੁੱਢ ਤੋਂ ਵੀ ਉਹ ਸੱਚ ਸਵਰੂਪ ਅਕਾਲ ਪੁਰਖ ਹੈ, ਜੁਗਾਂ ਜੁਗਾਂ ਤੋਂ ਸੱਚ ਹੈ। ਹਾਂਜੀ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਵੇਖੋ, ਸ਼ੁਰੂਆਤ ਵੀ ਸੱਚ ਤੋਂ ਹੋਈ ਹੈ ਸ਼ਲੋਕ ਦੀ, ਔਰ ਸਮਾਪਤੀ ਵੀ ਸੱਚ ਤੇ ਆ ਕੇ ਹੋਈ। ਇਹਨੂੰ ਕਹਿੰਦੇ ਨੇ ਉਪਕਰਮ ਤੇ ਉਪਸੰਹਾਰ। ਵੀ ਜਿਸ ਅਰਥ ਦਾ ਕੋਈ ਵੀ ਪੰਕਤੀ ਹੈ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸ਼ਬਦ ਹੈ, ਪ੍ਰਾਰੰਭ ਦੇ ਵਿੱਚ ਜਿਸ ਸਬਜੈਕਟ ਨੂੰ ਮਹਾਰਾਜ ਜੀ ਨੇ ਸੁਣਾਇਆ, ਜਿਸ ਅਰਥ ਨੂੰ ਸੁਣਾਇਆ, ਉਸੇ ਅਰਥ ਦੇ ਵਿੱਚ ਸ਼ਬਦ ਦੀ ਸਮਾਪਤੀ ਕਰਨੀ। ਇਹਨੂੰ ਉਪਕਰਮ ਉਪਸੰਹਾਰ ਕਹਿੰਦੇ ਆ। ਵੈਸੇ ਉਪਕਰਮ ਉਪਸੰਹਾਰ ਸ਼ਰਵਣ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਲਾਗੂ ਹੈ। ਪ੍ਰਾਰੰਭ ਵਿੱਚ ਇੱਕ ਦੀ ਗੱਲ ਕੀਤੀ ਹੈ, ਇੱਕ ਓੰਕਾਰ ਕਹਿ ਕੇ, ਤੇ ਜਦੋਂ ਸਮਾਪਤੀ ਕਰਦੇ ਨੇ, ਰਾਗਮਾਲਾ ਸ਼ੁਰੂ ਹੁੰਦੀ ਹੈ, ਉੱਥੇ ਵੀ ਕਹਿੰਦੇ ਨੇ ਇੱਕ ਓੰਕਾਰ। ਜਿੱਥੋਂ ਸ਼ੁਰੂਆਤ ਹੋਈ ਇੱਕ ਤੋਂ, ਸਮਾਪਤੀ ਵੀ ਉੱਥੇ ਹੀ ਹੋਈ। ਸਾਰੇ ਗੁਰੂ ਗ੍ਰੰਥ ਸਾਹਿਬ ਤੇ ਵੀ ਲਾਗੂ ਹੋ ਜਾਂਦਾ ਉਪਕਰਮ ਉਪਸੰਹਾਰ। ਇਸੇ ਤਰ੍ਹਾਂ ਜਪਜੀ ਸਾਹਿਬ ਦਾ ਇੱਕ ਸ਼ਲੋਕ ਲੈ ਕੇ ਭਾਈ ਦਇਆ ਸਿੰਘ ਜੀ ਨੇ ਸਾਨੂੰ ਮੋਟਾ ਜਿਹਾ ਸਮਝਾਇਆ ਕਿ ਉਪਕਰਮ ਉਪਸੰਹਾਰ ਇਸ ਨੂੰ ਕਹਿੰਦੇ ਹਨ ਕਿ ਜਿਸ ਅਰਥ ਆਪਾਂ ਕਥਾ ਸੁਣ ਰਹੇ ਹਾਂ ਸਾਰੇ, ਜਿਸ ਵਿਸ਼ੇ ਦੀ ਕਥਾ ਪ੍ਰਾਰੰਭ ਹੋਈ, ਉਸੇ ਵਿਸ਼ੇ ਦੇ ਉੱਤੇ ਆ ਕੇ ਸਮਾਪਤੀ ਹੋਣੀ। ਇਹ ਉਪਕਰਮ ਉਪਸੰਹਾਰ ਹੈ। ਇਹ ਪਹਿਲਾ ਸ਼ਰਵਣ ਹੈ। ਸ਼ਰਵਣ ਦੇ 6 ਪ੍ਰਕਾਰ ਦੇ ਦੱਸੇ ਨੇ, ਉਹਦੇ ਵਿੱਚੋਂ ਇਹ ਪਹਿਲਾ ਸ਼ਰਵਣ ਹੈ। ਚੌਪਈ
ਆਦ ਜਗਤ ਕੇ ਸੱਚ ਹੁਣ ਦਿਖਾਇਓ। ਭਾਈ ਸਾਹਿਬ ਜੀ ਦੱਸਦੇ ਨੇ ਕਿ ਵੇਖੋ ਇਸ ਸ਼ਲੋਕ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਦੇ ਆਦ ਵਿੱਚ ਜਿਹੜਾ ਸ਼ਲੋਕ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਜਗਤ ਤੋਂ ਪਹਿਲਾਂ ਵਾਹਿਗੁਰੂ ਨੂੰ ਸੱਚ ਵਿਖਾਇਆ ਹੈ ਅੰਤ ਸਕਲ ਕੇ ਸੱਚ ਬਤਾਇਓ। ਔਰ ਸਾਰੇ ਸੰਸਾਰ ਤੋਂ ਬਾਅਦ ਵੀ ਜਦੋਂ ਸਮਾਪਤੀ ਹੋਈ ਹੈ ਨਾਨਕ ਹੋਸੀ ਭੀ ਸੱਚ ਉੱਥੇ ਹੀ ਸਮਾਪਤੀ ਹੋਈ ਹੈ ਜਿੱਥੋਂ ਸ਼ੁਰੂਆਤ ਹੋਈ ਹੈ ਪ੍ਰਾਰੰਭ ਦੇ ਵਿੱਚ। ਇਸੇ ਨੂੰ ਉਪਕਰਮ ਤੇ ਉਪਸੰਹਾਰ ਕਹਿੰਦੇ ਹਨ। ਆਦ ਅੰਤ ਮਹਿ ਬਰਨਿਓ ਏਕ। ਪ੍ਰਾਰੰਭ ਦੇ ਵਿੱਚ ਵੀ ਔਰ ਸਮਾਪਤੀ ਦੇ ਉੱਤੇ ਵੀ ਇੱਕ ਦਾ ਹੀ ਸਵਰੂਪ ਵਰਣਨ ਕੀਤਾ ਹੈ। ਉਪਕਰਮ ਉਪਸੰਹਾਰ ਵਿਵੇਕ। ਇਹ ਭਾਈ ਇਸੇ ਨੂੰ ਉਪਕਰਮ ਤੇ ਉਪਸੰਹਾਰ ਸ਼ਰਵਣ ਕਹਿੰਦੇ ਨੇ। ਹੇ ਵਿਵੇਕੀਓ ਵਿਚਾਰਵਾਨੋ ਇਸ ਗੱਲ ਦੀ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਓ। ਇਹ ਜਪਜੀ ਸਾਹਿਬ ਚ ਗੁਰਦੇਵ ਨੇ ਪਹਿਲਾ ਸ਼ਰਵਣ ਦੱਸਿਆ ਜਿਸ ਨੂੰ ਉਪਕਰਮ ਤੇ ਉਪਸੰਹਾਰ ਬੋਲਦੇ ਨੇ ਕਹਿੰਦੇ ਹਨ ਜੋਗ ਨਿਰੂਪਣ ਕੇ ਜੋ ਹੈ। ਹੁਣ ਦੂਸਰਾ ਸ਼ਰਵਣ ਹੈ ਅਭਿਆਸ। ਇੱਕ ਦਾ ਵਰਣਨ ਹੋ ਗਿਆ, ਹੁਣ ਦੂਸਰੇ ਪ੍ਰਕਾਰ ਦਾ ਜਿਹੜਾ ਸ਼ਰਵਣ ਹੈ ਉਹਨੂੰ ਆਖਦੇ ਨੇ ਅਭਿਆਸ। ਹੁਣ ਇਹ ਸੁਣੋ, ਜੋ ਨਿਰੂਪਣ ਯੋਗ ਹੈ ਯਾਨੀ ਕਿ ਜਿਸ ਦੇ ਸੰਬੰਧ ਦੇ ਵਿੱਚ ਜੋ ਗੱਲ ਨਿਰੂਪਣ ਕਰਨ ਦੇ ਯੋਗ ਹੈ, ਵੀ ਜਿਹੜੀ ਗੱਲ ਨਿਰੂਪਣ ਕਰਨ ਯੋਗ ਯਾਨੀ ਕਿ ਜਿਵੇਂ ਬ੍ਰਹਮ ਦਾ ਸਵਰੂਪ ਹੈ ਉਹ ਨਿਰੂਪਣ ਕਰਨ ਯੋਗ ਹੈ, ਉਹਦੇ ਬਾਰੇ ਦੱਸਣਾ ਹੈ। ਵਸਤ ਅਦੁੱਤੀ ਜੋ ਚੇਤਨ ਲਹੈ। ਜੋ ਅਦੁੱਤੀ ਹੈ ਔਰ ਚੇਤਨ ਸਵਰੂਪ ਹੈ। ਬਾਰ ਬਾਰ ਤਿਸ ਕਰ ਹੈ ਪ੍ਰਕਾਸ਼ਾ। ਉਸ ਨਿਰੂਪਣ ਕਰਨ ਯੋਗ ਵਸਤੂ ਨੂੰ ਬਾਰ-ਬਾਰ ਉਸੇ ਦਾ ਜ਼ਿਕਰ ਕਰਨਾ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਨਾ, ਜਿਸ ਦਾ ਨਿਰੂਪਣ ਕਰਨਾ ਉਸ ਦਾ ਬਾਰ-ਬਾਰ ਸਰੂਪ ਵਰਣਨ ਕਰਨਾ, ਬਾਰ-ਬਾਰ ਉਸੇ ਵਿਸ਼ੇ ਤੇ ਗੱਲ ਕਰਨੀ, ਬਾਰ-ਬਾਰ ਉਸੇ ਨੂੰ ਉਦਾਹਰਨਾਂ ਦੇ ਕੇ ਪ੍ਰਮਾਣ ਦੇ ਕੇ ਉਸੇ ਦਾ ਹੀ ਸਵਰੂਪ ਨਿਰੂਪਣ ਕਰਨਾ। ਗ੍ਰੰਥ ਬਿਖੈ ਸੋ ਲਖ ਅਭਿਆਸਾ। ਕਿਸੇ ਵੀ ਧਰਮ ਗ੍ਰੰਥ ਵਿੱਚ ਜਿਸ ਸਵਰੂਪ ਨੂੰ ਜੋ ਨਿਰੂਪਣ ਯੋਗ ਹੈ ਉਸ ਨੂੰ ਬਾਰ-ਬਾਰ ਨਿਰੂਪਣ ਕੀਤਾ ਜਾਂਦਾ, ਬਾਰ-ਬਾਰ ਉਸੇ ਦੀ ਗੱਲ ਕਹੀ ਜਾਂਦੀ ਹੈ, ਇਸ ਨੂੰ ਅਭਿਆਸ ਕਹਿੰਦੇ ਹਨ। ਇਹ ਦੂਸਰੇ ਪ੍ਰਕਾਰ ਦਾ ਸ਼ਰਵਣ ਹੈ। ਜਪ ਜੀ ਬਿਖੈ ਨਿਰੂਪਣ ਕਰਿਓ। ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਚ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਬਾਰ ਅਰਥ ਸੋ ਧਰਿਓ। ਬਾਰ-ਬਾਰ ਇੱਕੋ ਜੋ ਸਵਰੂਪ ਵਰਣਨ ਕਰਨਾ, ਬਾਰ-ਬਾਰ ਉਹਦਾ ਨਿਰੂਪਣ ਕੀਤਾ ਗਿਆ। ਕਿਵੇਂ ਕੀਤਾ? ਹੁਣ ਪੰਕਤੀਆਂ ਸੁਣਾਉਂਦੇ ਹਨ। ਸਾਚਾ ਸਾਹਿਬ ਸਾਚ ਨਾਏ। ਹੁਣ ਇੱਥੇ ਰੱਬ ਦੀ ਗੱਲ ਹੋ ਰਹੀ ਹੈ, ਬਾਰ-ਬਾਰ ਹੋ ਰਹੀ ਹੈ ਨਾ, ਯਾਨੀ ਕਿ ਇੱਕੋ ਸਵਰੂਪ ਨੂੰ ਜਿਸ ਨੂੰ ਪ੍ਰਤਿਪਾਦਨ ਕਰਨਾ, ਜਿਸ ਦਾ ਨਿਰੂਪਣ ਕਰਨਾ, ਉਸ ਨੂੰ ਬਾਰ-ਬਾਰ ਵਰਣਨ ਕਰਨਾ, ਬਾਰ-ਬਾਰ ਉਸੇ ਦਾ ਪ੍ਰਕਾਸ਼ ਕਰਨਾ, ਉਸੇ ਨੂੰ ਜ਼ਾਹਰ ਕਰਨਾ, ਉਹਨੂੰ ਕਹਿੰਦੇ ਨੇ ਅਭਿਆਸ ਸ਼ਰਵਣ। ਜਿਵੇਂ ਸਾਚਾ ਸਾਹਿਬ ਸਾਚ ਨਾਏ, ਇੱਥੇ ਕਿਹਾ ਨਾ, ਉਹ ਸਾਹਿਬ ਸੱਚਾ ਹੈ ਔਰ ਉਹਦਾ ਨਾਮ ਵੀ ਸੱਚਾ ਹੈ। ਉਹ ਮਾਲਕ ਵੀ ਸੱਚ ਹੈ ਔਰ ਉਹਦਾ ਨਾਮ ਵੀ ਸੱਚ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਫਿਰ ਉਸੇ ਦਾ ਨਿਰੂਪਣ ਇੱਕ ਪੰਕਤੀ 'ਚ ਪਹਿਲਾਂ ਕਹਿ ਦਿੱਤਾ, ਫਿਰ ਅੱਗੇ ਜਾ ਕੇ ਫਿਰ ਉਸੇ ਦਾ ਨਿਰੂਪਣ ਕਰਦੇ ਆ ਵਾਹਿਗੁਰੂ ਦਾ, ਪਰਮੇਸ਼ਰ ਦਾ, ਕਿ ਉਹ ਕਿਸੇ ਦੇ ਥਾਪਿਆ ਨਹੀਂ ਜਾਂਦਾ। ਦੁਨੀਆ ਵਿੱਚ ਥਾਪੇ ਜਾਂਦੇ ਨੇ ਵੀ ਜਾ ਤੈਨੂੰ ਰਾਜਾ ਥਾਪਿਆ, ਤੈਨੂੰ ਆਹ ਪਦਵੀ ਦੇ ਉੱਤੇ ਅਸੀਂ ਥਾਪਿਆ। ਪਰਮਾਤਮਾ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਥਾਪਿਆ ਨਹੀਂ ਜਾ ਸਕਦਾ। ਅਸੀਂ ਕਹੀਏ ਅਸੀਂ ਰੱਬ ਥਾਪਿਆ, ਅਸੀਂ ਰੱਬ ਬਣਾਇਆ। ਰੱਬ ਨੂੰ ਅਸੀਂ ਨਹੀਂ ਬਣਾਇਆ, ਰੱਬ ਨੇ ਸਾਨੂੰ ਬਣਾਇਆ ਹੈ। ਉਹ ਥਾਪਿਆ ਨਹੀਂ ਜਾਂਦਾ ਤੇ ਨਾ ਉਹ ਥਾਪਿਆ ਜਾਂਦਾ ਤੇ ਨਾ ਹੀ ਉਹ ਕੀਤਾ ਜਾਂਦਾ। ਸੰਸਾਰ ਦਾ ਕੀ ਵਿਧਾਨ ਹੈ? ਮਾਂ-ਬਾਪ ਤੋਂ ਸੰਤਾਨ ਦੀ ਉਤਪਤੀ ਹੈ, ਜੀਵਾਂ ਦੀ ਉਤਪਤੀ ਹੈ, ਪਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕਿਸੇ ਦੇ ਕੀਤਿਆਂ ਨਹੀਂ ਹੁੰਦਾ। ਉਹ ਆਪਣੇ ਆਪ ਤੋਂ ਬਣਿਆ ਸਵੈੰਭੂ ਹੈ। ਹੁਣ ਆਹ ਸਵਰੂਪ ਜਿਹੜਾ ਪ੍ਰਮਾਤਮਾ ਦਾ ਬਾਰ-ਬਾਰ ਨਿਰੂਪਣ ਹੁੰਦਾ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਹੀ ਹੁੰਦਾ। ਕਿੰਨੀ ਥਾਵਾਂ ਤੇ ਆਉਂਦਾ, ਸਾਚਾ ਨਿਰੰਕਾਰ ਨਿਜ ਥਾਏ। ਕਿਤਨੀ ਵਾਰ ਪ੍ਰਮਾਤਮਾ ਦੇ ਸਵਰੂਪ ਦਾ ਬਾਰ-ਬਾਰ ਜਿਹੜਾ ਇਹ ਬਾਰ-ਬਾਰ ਨਿਰੂਪਣ ਹੁੰਦਾ ਹੈ, ਇਹਨੂੰ ਕਹਿੰਦੇ ਨੇ ਅਭਿਆਸ ਸ਼ਰਵਣ।
ਇਸ ਦਾ ਨਾਮ ਅਭਿਆਸ ਸ਼ਰਵਣ ਹੈ। ਇਹ ਦੂਸਰੇ ਪ੍ਰਕਾਰ ਦਾ ਸ਼ਰਵਣ ਜਿਹੜਾ ਦੱਸਿਆ ਹੈ। ਇਤਿਆਦਿਕ ਪੌੜੀ ਬਹੁ ਮਾਹੇ। ਇਦਾਂ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਵਿੱਚ ਬਹੁਤ ਥਾਵਾਂ ਤੇ ਦਾ ਜ਼ਿਕਰ ਆਉਂਦਾ ਹੈ। ਵਰਣਨ ਕਰਿਓ ਸੱਚ ਸੁਖ ਪਾਹੇ। ਇਹਦਾ ਜਿਹੜਾ ਵਰਣਨ ਕੀਤਾ ਹੈ, ਇਹਦੇ ਨਾਲ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੋ ਪ੍ਰਤਪਾਦ ਅਦੁੱਤੀ ਵਸਤ ਹੋਏ। ਹੁਣ ਤੀਸਰਾ ਸ਼ਰਵਣ ਹੈ ਅਪੂਰਵਤਾ। ਅਪੂਰਵਤਾ ਸ਼ਰਵਣ ਕੀ ਹੈ? ਜੋ ਪ੍ਰਤਿਪਾਦਿਆ ਕਰਨੇ ਯੋਗ ਅਦੁੱਤੀ ਵਸਤੂ ਹੈ। ਜੋ ਪ੍ਰਤਿਪਾਦਿਆ ਯੋਗ ਯਾਨੀ ਕਿ ਜਿਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਪ੍ਰਤਿਪਾਦਨ ਕਰਕੇ ਦੱਸਣਾ ਹੈ, ਉਹਦੇ ਸਰੂਪ ਬਾਰੇ ਦੱਸਣਾ ਹੈ, ਉਹ ਜੋ ਅਦੁੱਤੀ ਵਸਤੂ ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਇਹ ਦੱਸਣਾ ਹੈ। ਪ੍ਰਮਾਣਾ ਤਰਕ ਹੈ ਅਬਸ਼ੈ ਸੋਏ। ਜਿਹੜਾ ਪ੍ਰਮਾਣਾਂ ਦਾ ਵਿਸ਼ਾ ਨੇ, 6 ਪ੍ਰਕਾਰ ਦੇ ਪ੍ਰਮਾਣ ਹੁੰਦੇ ਨੇ। ਅੱਗੇ ਜਾ ਕੇ ਕਥਾ ਚੋਂ 6 ਪ੍ਰਮਾਣਾਂ ਦਾ ਜ਼ਿਕਰ ਆਏਗਾ। ਪ੍ਰਤੱਖ ਪ੍ਰਮਾਣ ਹੈ, ਅਨੁਮਾਨ ਪ੍ਰਮਾਣ ਹੈ, ਅਰਥਾਪਤੀ ਪ੍ਰਮਾਣ ਹੈ। ਅਨੁਮਾਨ ਲਾ ਕੇ, ਜਿਵੇਂ ਧੂਏ ਤੋਂ ਅੱਗ ਦਾ ਅਨੁਮਾਨ ਲਾ ਲੈਂਦੇ ਆ, ਉਹਨੂੰ ਅਨੁਮਾਨ ਪ੍ਰਮਾਣ ਕਹਿੰਦੇ। ਅਰਥਾਪਤੀ ਪ੍ਰਮਾਣ, ਕਿਸੇ ਨੇ ਆਖਿਆ ਜੀ ਇਹ ਬੰਦਾ ਖਾਂਦਾ ਨਹੀਂ ਰੋਟੀ ਪਾਣੀ, ਵੇਖਿਆ ਸਰੀਰ ਬੜਾ ਮੋਟਾ, ਵੀ ਜੇ ਰੋਟੀ ਨਹੀਂ ਖਾਂਦਾ ਮੋਟਾ ਕਿਵੇਂ ਹੈ? ਆਪਾਂ ਅੰਦਾਜ਼ਾ ਲਾ ਲੈਨੇ। ਅਰਥਾਪਤੀ ਪ੍ਰਮਾਣ ਵੀ ਜੇ ਦਿਨੇ ਨਹੀਂ ਖਾਂਦਾ ਲੁਕ ਕੇ ਖਾਂਦਾ ਹੋਣਾ। ਇਸੇ ਤਰ੍ਹਾਂ ਪ੍ਰਤੱਖ ਪ੍ਰਮਾਣ ਜਿਹੜੀ ਸਾਹਮਣੇ ਵਸਦੀ, ਇਹਦਾ 6 ਪ੍ਰਕਾਰ ਅੱਗੇ ਜ਼ਿਕਰ ਆਏਗਾ, ਆਪਾਂ ਫਿਰ ਵਿਸਥਾਰ ਕਰਾਂਗੇ ਇਹਨਾਂ ਦਾ। ਪਰਮਾਤਮਾ ਦੇ ਉੱਤੇ 6 ਦੇ 6 ਪ੍ਰਮਾਣ ਲਾਗੂ ਨਹੀਂ ਹੁੰਦੇ। ਉਹ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ, ਉਹ ਅਵਿਸ਼ਾ ਹੈ ਪ੍ਰਮਾਣਾਂ ਤੋਂ। ਜੋ 6 ਦੇ 6 ਪ੍ਰਮਾਣਾਂ ਤੋਂ ਅਵਿਸ਼ੇ ਰਹਿੰਦਾ ਹੈ। ਸ਼ਰਵਣ ਅਪੂਰਬਤਾ ਲਖ ਤੀਜਾ। ਇਸ ਨੂੰ ਅਪੂਰਬਤਾ ਸ਼ਰਵਣ ਕਹਿੰਦੇ ਹਨ। ਇਹ ਸ਼ਰਵਣ ਦਾ ਤੀਜਾ ਪ੍ਰਕਾਰ ਹੈ। ਇਹਦਾ ਨਾਮ ਹੈ ਅਪੂਰਬਤਾ। ਸੱਚ ਏਕ ਹੈ ਅਵਰ ਨ ਬੀਜਾ। ਜਿਹਦੇ 'ਚ ਇਹ ਦੱਸਿਆ ਜਾਵੇ ਵੀ ਇੱਕੋ ਹੀ ਸੱਚ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਇੱਕੋ ਹੀ ਸੱਚ ਹੈ ਔਰ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਇਹ ਜਿਹਦੇ ਵਿੱਚ ਕਿਹਾ ਜਾਏ, ਜਿਨ੍ਹਾਂ ਸ਼ਬਦਾਂ ਵਿੱਚ, ਜਿਨ੍ਹਾਂ ਪੰਕਤੀਆਂ ਵਿੱਚ ਆਹ ਕਹਿ ਕੇ ਸੁਣਾਇਆ ਜਾਂਦਾ ਹੈ, ਇਸ ਨੂੰ ਅਪੂਰਵਤਾ ਸ਼ਰਵਣ ਕਹਿੰਦੇ ਹਨ। ਕਥਨਾ ਕਥੀ ਨ ਆਵੈ ਤੋਟ। ਹੁਣ ਜਪਜੀ ਸਾਹਿਬ 'ਚ ਕਿੱਥੇ ਕਥਨ ਹੋਇਆ ਇਹਦਾ, ਕਿੱਥੇ ਜ਼ਿਕਰ ਆਇਆ ਅਪੂਰਵਤਾ ਸ਼ਰਵਣ ਦਾ? ਜਦੋਂ ਆਪਾਂ ਪੜ੍ਹਦੇ ਹਾਂ ਕਥਨਾ ਕਥੀ ਨ ਆਵੈ ਤੋਟ, ਇਹ ਅਪੂਰਵਤਾ ਸ਼ਰਵਣ ਹੈ। ਵੇਖੋ ਭਾਈ ਸਾਹਿਬ ਕੈਸਾ ਕਮਾਲ ਕਰ ਰਹੇ ਨੇ। ਅਸੀਂ ਤਾਂ ਇਸ਼ਨਾਨ ਕਰਦੇ ਹੀ ਸਾਰਾ ਜਪਜੀ ਸਾਹਿਬ ਪੜ੍ਹ ਲੈਨੇ ਆ। ਕਿੰਨਾ ਇਹਦੇ 'ਚ ਡੂੰਘੇ ਭਾਵ ਨੇ, ਕਿੰਨੀਆਂ ਰਮਜ਼ਾਂ ਨੇ ਇਹਦੇ 'ਚ। ਇਸ ਕਰਕੇ ਜਪਜੀ ਸਾਹਿਬ ਸਾਰੀ ਬਾਣੀ ਦਾ ਮੂਲ ਹੈ। ਜਪਜੀ ਸਾਹਿਬ ਦੀ ਸਮਝ ਪੈ ਗਈ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਆ ਜਾਂਦੀ ਹੈ। ਇਹ ਮੂਲ ਸਰੂਪ ਹੈ, ਜੜ ਹੈ। ਤੋ ਕਥਨਾ ਕਥੀ ਨਾ ਆਵੈ ਤੋਟ। ਵਾਹਿਗੁਰੂ ਦੀ ਕਥਾ ਨੂੰ ਕਥਨ ਕਰ ਕਰਕੇ ਉਹਦੀ ਕਥਾ ਦਾ ਤੋਟਾ ਨਹੀਂ ਆਉਂਦਾ। ਜੇ ਕਹੀਏ ਵੀ ਬਸ ਹੁਣ ਇੰਨੀ ਕੁ ਕਥਾ ਉਹਦੀ, ਏਦਾਂ ਨਹੀਂ ਹੁੰਦਾ। ਮਸਕੀਨ ਜੀ ਨੇ ਜਦੋਂ ਸਰੀਰ ਤਿਆਗਣਾ, ਅਖੀਰਲੀ ਕਥਾ ਕਰਦਿਆਂ ਉਹਨਾਂ ਕਿਹਾ, ਮੇਰਾ ਸਮਾਂ ਸਮਾਪਤ ਹੈ ਪਰ ਨਿਰੰਕਾਰ ਦੀ ਕਥਾ ਸਮਾਪਤ ਨਹੀਂ ਹੈ। ਮੇਰਾ ਦਿੱਤਾ ਹੋਇਆ ਸਮਾਂ ਸਮਾਪਤ ਜੋ ਮੈਨੂੰ ਮਿਲਿਆ ਸੀ, ਪਰ ਨਿਰੰਕਾਰ ਦੀ ਕਥਾ ਦਾ ਅੰਤ ਨਹੀਂ ਹੈ, ਉਹ ਬੇਅੰਤ ਹੈ। ਤੋ ਇਸ ਕਰਕੇ ਜਿਸ ਦੀ ਕਥਾ ਨੂੰ ਕਥਨ ਕਰਕੇ ਤੋਟਾ ਨਹੀਂ ਆਉਂਦਾ, ਵੀ ਉਹਦਾ ਕਥਾ ਦਾ ਕਥਨ ਕਰਕੇ ਕਿਹਾ ਹੀ ਨਹੀਂ ਜਾ ਸਕਦਾ ਵੀ ਉਹਦੀ ਕਥਾ ਕਿਤਨੀ ਕੁ ਵੱਡੀ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਬੜੇ ਨੇ ਜਿਹੜੇ ਕਰੋੜਾਂ ਪਹਿਲਾਂ ਕਥ ਕੇ ਗਏ ਨੇ, ਬੜੇ ਨੇ ਕਰੋੜਾਂ ਜਿਹੜੇ ਹੁਣ ਕਥ ਰਹੇ ਨੇ, ਤੇ ਬੜੇ ਨੇ ਕਰੋੜਾਂ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਕਥਣਗੇ। ਉਹ ਸਾਰੇ ਹੀ ਇਹੀ ਆਖਣਗੇ, ਹੇ ਵਾਹਿਗੁਰੂ ਤੇਰੇ ਵਰਗਾ ਕੋਈ ਨਹੀਂ, ਤੇਰਾ ਅੰਤ ਨਹੀਂ ਹੈ। ਇਹ ਜਿਹੜੀ ਇਹ ਪੰਕਤੀਆਂ ਨੇ ਗੁਰਬਾਣੀ 'ਚ ਕਈ ਵਾਰੀ ਆਉਂਦੀਆਂ। ਜਿਵੇਂ ਮਹਾਰਾਜ ਜੀ ਕਹਿੰਦੇ ਨੇ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨਾ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਿਆ ਖਾਨਾ। ਇਹ ਜਿਹੜੇ ਇਹਨੂੰ ਅਪੂਰਵਤਾ ਸ਼ਰਵਣ ਕਹਾਂਗੇ, ਵੀ ਜਿਸ ਵਿੱਚ ਪਰਮਾਤਮਾ ਨੂੰ ਬੇਅੰਤ ਕਹਿ ਕੇ ਸਲਾਹਿਆ ਔਰ ਇਹ ਨਾਲ ਦ੍ਰਿਸ਼ਟਾਂਤ ਦਿੱਤਾ ਕਿ ਉਸ ਵਰਗਾ ਕੋਈ ਨਹੀਂ ਹੈ ਦੂਜਾ।
ਬਾਰ-ਬਾਰ ਇਸੇ ਦਾ ਸਵਰੂਪ ਜਿਹੜਾ ਵਰਣਨ ਹੁੰਦਾ ਹੈ, ਇਸ ਨੂੰ ਅਪੂਰਵਤਾ ਸ਼ਰਵਣ ਕਹਿੰਦੇ। ਫਿਰ ਅੱਗੇ ਕਹਿੰਦੇ ਪੰਖੀ ਹੋਏ ਕਹਿ ਜੇ ਭਵਾਂ ਸੈ ਅਸਮਾਨੀ ਜਾਓ ਨਦਰੀ ਕਿਸਾ ਨ ਆਵੋ ਨਾ ਕਿਛ ਪੀਆ ਨ ਖਾਓ ਵੀ ਤੇਰੀ ਕੀਮਤ ਨਾ ਬਵੈ ਹੋ ਕੇ ਵੜੇ ਆਖਾਂ ਨਾਓ ਉਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੜੇ ਆਖਾਂ ਨਾਓ। ਇਹ ਅਪੂਰਵਤਾ ਸ਼ਰਵਣ। ਇੱਥੇ ਜਪਜੀ ਸਾਹਿਬ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ। ਫਿਰ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ, ਇਹ ਅਪੂਰਵਤਾ ਸ਼ਰਵਣ ਹੈ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਇਹ ਅਪੂਰਵਤਾ ਸ਼ਰਵਣ ਦੇ ਬਚਨ ਨੇ। ਫਿਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਇਹ ਅਪੂਰਵਤਾ ਸ਼ਰਵਣ ਦਾ ਸਵਰੂਪ ਹੈ। ਹਾਂਜੀ, ਕਹਿਣਾ ਕਥਨ ਨ ਜਾਈ ਉਦਾਰ ਜੋ ਕਹਿਣ ਵਿੱਚ ਨਹੀਂ ਆਉਂਦਾ, ਕਥਨ ਵਿੱਚ ਨਹੀਂ ਆਉਂਦਾ, ਉਦਾਰ ਹੈ। ਵਾਰਿਆ ਨ ਜਾਵਾ ਏਕ ਵਾਰ ਜਿਸ ਦੇ ਇੱਕ ਵਾਲ ਤੋਂ, ਇੱਕ ਰੋਮ ਤੋਂ ਵੀ ਮੈਂ ਵਾਰੇ ਨਹੀਂ ਜਾ ਸਕਦਾ, ਇੰਨਾ ਵਿਸ਼ਾਲ ਹੈ ਉਹਦਾ ਇੱਕ ਰੋਮ। ਵਾਰ ਦਾ ਅਰਥ ਮਹਾਂਪੁਰਸ਼ਾਂ ਨੇ ਰੋਮ ਵੀ ਕੀਤਾ। ਜਿਸ ਦੇ ਇੱਕ ਵਾਲ ਤੋਂ ਵੀ, ਇੱਕ ਰੋਮ ਤੋਂ ਵੀ ਅਸੀਂ ਵਾਰੇ ਨਹੀਂ ਜਾ ਸਕਦੇ। ਪ੍ਰਤੱਛ ਪ੍ਰਮਾਣ ਆਦ ਸਭ ਹਿਨ ਤੇ। ਜਿਹੜੇ 6 ਪ੍ਰਕਾਰ ਦੇ ਪ੍ਰਮਾਣ ਨੇ, ਪ੍ਰਤੱਖ, ਅਰਥਾਪਤੀ, ਅਨੁਮਾਨ ਆਦਿਕ, ਜੋ ਇਹਨਾਂ ਤੋਂ ਵੀ ਅਵਿਸ਼ੇ ਹੈ, ਯਾਨੀ ਕਿ ਇਹਨਾਂ ਪ੍ਰਮਾਣਾਂ ਦੇ ਨਾਲ ਜਿਸ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਜੋ ਅਵਿਸ਼ੇ ਹੈ ਪ੍ਰਮਾਣਾਂ ਤੋਂ। ਵਿਸ਼ੈ ਨਾ ਹੋਏ ਸਕਹਿ ਜਿਨ ਕਿਨ ਤੇ। ਕਿਸੇ ਵੀ ਪ੍ਰਮਾਣ ਤੋਂ ਜੋ ਵਿਸ਼ੇ ਨਹੀਂ ਹੁੰਦਾ, ਜੋ ਅਵਿਸ਼ੇ ਹੈ, ਉਹਦਾ ਸਵਰੂਪ ਬਾਰੰਬਾਰ ਵਰਣਨ ਕਰਨ ਦਾ ਨਾਮ ਹੈ ਅਪੂਰਵਤਾ ਸ਼ਰਵਣ। ਪ੍ਰਤਪਾਦਨ ਕਰ ਬੇਕੋ ਜੋਗ। ਹੁਣ ਅੱਗੇ ਚੌਥਾ ਸ਼ਰਵਣ ਚੱਲਿਆ, ਜਿਹਨੂੰ ਕਹਿੰਦੇ ਨੇ ਫਲ। ਫਲ ਸ਼ਰਵਣ, ਇਹਦਾ ਨਾਮ ਪ੍ਰਯੋਜਨ ਸ਼ਰਵਣ ਵੀ ਹੈ। ਫਲ ਵੀ ਕਹਿੰਦੇ ਨੇ ਇਹਨੂੰ, ਪ੍ਰਯੋਜਨ ਵੀ ਕਹਿੰਦੇ ਨੇ। ਹੁਣ ਫਲ ਸ਼ਰਵਣ ਦਾ ਸਵਰੂਪ ਦੱਸਦੇ ਨੇ। ਪ੍ਰਤਿਪਾਦਨ ਕਰ ਬੇਕੋ ਜੋਗ, ਜੋ ਪ੍ਰਤਿਪਾਦਨ ਕਰਨ ਯੋਗ ਹੈ ਪ੍ਰਮਾਤਮਾ ਦਾ ਸਵਰੂਪ। ਆਤਮ ਗਿਆਨ ਕਹੈ ਪ੍ਰਭ ਲੋਗ, ਜਿਸ ਨੂੰ ਆਤਮਾ ਦਾ ਗਿਆਨ ਕਹਿੰਦੇ ਹਨ। ਜਿਵੇਂ ਕਿ ਬਹੁਤ ਸਾਰੀ ਗੁਰਬਾਣੀ ਦੇ ਬਚਨਾਂ ਵਿੱਚ ਆਤਮ ਸਵਰੂਪ ਦਾ ਵਰਣਨ ਕੀਤਾ ਗਿਆ ਹੈ, ਆਤਮਾ ਦੇ ਸਵਰੂਪ ਦਾ ਪ੍ਰਤਿਪਾਦਨ ਕੀਤਾ ਗਿਆ ਹੈ। ਤਿਸੀ ਗਿਆਨ ਕੋ ਜੋ ਅਨੁਸ਼ਠਾਨ, ਔਰ ਜੋ ਪ੍ਰਤਿਪਾਦਨ ਕੀਤਾ ਗਿਆ ਹੈ ਆਤਮ ਗਿਆਨ, ਉਹਦਾ ਅਨੁਸ਼ਠਾਨ ਕਰਨਾ। ਅਨੁਸ਼ਠਾਨ ਦਾ ਮਤਲਬ ਹੁੰਦਾ ਅੰਦਰ ਧਾਰਨ ਕਰਨਾ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ। ਸੇਵਨ ਕਰਨੋ ਮਹਿਦ ਮਹਾਨ, ਉਹਨੂੰ ਸੇਵਨ ਕਰਨਾ, ਯਾਨੀ ਕਿ ਜੋ ਸਵਰੂਪ ਦੱਸਿਆ ਗਿਆ ਆਤਮ ਗਿਆਨ ਦਾ, ਆਪਾਂ ਸੁਣ ਕੇ ਹੀ ਗਿਆਨ ਹੁੰਦਾ ਨਾ। ਜਦੋਂ ਸੁਣਦੇ ਆ, ਸੁਣਦੇ ਕੀ ਆ, ਗੁਰਬਾਣੀ ਦੀਆਂ ਪੰਕਤੀਆਂ ਚੋਂ ਆਤਮ ਗਿਆਨ ਕੀ ਹੈ, ਆਤਮ ਸਵਰੂਪ, ਉਹਦਾ ਅਸੀਂ ਫਿਰ ਸੁਣ ਕੇ ਅਨੁਸ਼ਠਾਨ ਕਰਦੇ ਹਾਂ, ਉਹਨੂੰ ਆਪਣੇ ਹਿਰਦੇ ਵਿੱਚ ਜਦੋਂ ਉਹਨੂੰ ਵਸਾਉਂਦੇ ਹਾਂ। ਚੌਥੇ ਸ਼ਰਵਣ ਪ੍ਰਯੋਜਨ ਸੋਏ, ਇਹਨੂੰ ਪ੍ਰਯੋਜਨ ਵੀ ਕਹਿੰਦੇ ਆ ਨਾ, ਇਹ ਚੌਥਾ ਸ਼ਰਵਣ ਹੈ, ਇਹਦਾ ਨਾਮ ਪ੍ਰਯੋਜਨ ਵੀ ਹੈ। ਫਲ ਭੀ ਨਾਮ ਸੁਨੋ ਜਿਮ ਹੋਏ, ਇਹਨੂੰ ਫਲ ਵੀ ਕਹਿੰਦੇ ਹਨ। ਕਿਵੇਂ ਹੁੰਦਾ ਫਲ, ਉਹ ਵੀ ਸੁਣੋ। ਗੁਰਮੁਖ ਨਾਦੰ ਗੁਰਮੁਖ ਵੇਦੰ। ਹੁਣ ਜਪਜੀ ਸਾਹਿਬ 'ਚ ਸ਼ਰਵਣ ਦਾ ਜ਼ਿਕਰ ਕਿੱਥੇ ਆਇਆ? ਜਿੱਥੇ ਮਹਾਰਾਜ ਜੀ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਜਿਹੜੇ ਗੁਰਮੁਖ ਨੇ ਉਹ ਨਾਦੰ ਵਾਹਿਗੁਰੂ ਦਾ, ਗੁਰਬਾਣੀ ਦਾ ਕੀਰਤਨ ਕਰਦੇ ਆ। ਗੁਰਮੁਖ ਵੇਦੰ, ਜਿਹੜੇ ਗੁਰਮੁਖ ਨੇ ਉਹ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਵਿਚਾਰਦੇ ਨੇ। ਵੇਦੰ ਨਾਮ ਵਿਚਾਰਦਾ ਹੈ, ਨਾਦੰ ਨਾਮ ਕੀਰਤਨ ਦਾ ਹੈ। ਗੁਰਮੁਖ ਕੀਰਤਨ ਕਰਦੇ ਨੇ ਗੁਰਬਾਣੀ ਦਾ, ਗੁਰਮੁਖ ਵੇਦੰ ਵਿਚਾਰ ਕਰਦੇ ਹਨ ਗੁਰਬਾਣੀ ਦੀ। ਗੁਰਾਇਕ ਦੇਹ 부ਝਾਇਵ ਭੇਦੰ, ਜਿਵੇਂ ਫਿਰ ਹੁਣ ਭਾਈ ਸਾਹਿਬ ਕੋਈ ਕਵਿਤਾ ਵਿੱਚ ਲਿਖ ਰਹੇ ਨੇ ਨਾ, ਇਸ ਕਰਕੇ ਗੁਰਬਾਣੀ ਦੀ ਪੰਕਤੀ ਨੂੰ ਕਾਵਿ ਰੂਪ ਚ ਢਾਲਦੇ ਨੇ। ਕਹਿੰਦੇ ਗੁਰਾਂ ਨੇ
ਸਾਨੂੰ ਇੱਕ ਦਾ ਗਿਆਨ ਬੁਝਾ ਦਿੱਤਾ ਹੈ, ਜੋ ਸਾਰੇ ਸੰਸਾਰ ਦਾ ਦਾਤਾ ਹੈ। ਨਿਤ ਸਤਿਗੁਰ ਕੀ ਸੇਵਾ ਹੁਣ ਕਰਨੀ, ਦੱਸਿਆ ਭਾਈ, ਨਿਤ ਸਤਿਗੁਰਾਂ ਦੀ ਸੇਵਾ ਕਰਨੀ ਹੈ, ਜਿਨ੍ਹਾਂ ਨੇ ਸਾਨੂੰ ਇਹ ਗਿਆਨ ਦਿੱਤਾ ਹੈ। ਗੁਰ ਤੇ ਗਿਆਨ ਪ੍ਰਾਪਤੀ ਬਰਨੀ, ਗੁਰੂ ਤੋਂ ਗਿਆਨ ਦੀ ਪ੍ਰਾਪਤੀ ਦਾ ਵਰਣਨ ਦੱਸਿਆ ਇਹਦੇ ਵਿੱਚ। ਮੁਕਤ ਦੇਤ ਹੈ ਆਤਮ ਗਿਆਨ, ਜਿਹੜਾ ਆਤਮਾ ਦਾ ਗਿਆਨ ਹੈ ਉਹੀ ਮੁਕਤੀ ਦਿੰਦਾ ਹੈ। ਇਤਿਆਦਿਕ ਜਹ ਕੀਨ ਬਖਾਨ, ਇਤਿਆਦਿਕ ਜਿਹੜੇ ਬਚਨ ਕਹੇ ਜਾਂਦੇ ਨੇ ਗੁਰਬਾਣੀ ਚ, ਆਤਮਾ ਦੇ ਗਿਆਨ ਦਾ ਵਰਣਨ ਕਰਕੇ ਫਿਰ ਦੱਸਣਾ ਵੀ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ। ਆਹ ਜਿਹੜੇ ਬਚਨ ਅਸੀਂ ਜਦੋਂ ਸੁਣਦੇ ਆ, ਇਹਨਾਂ ਨੂੰ ਕਹਿੰਦੇ ਨੇ ਫਲ ਸਰਵਣ। ਇਹਨਾਂ ਬਚਨਾਂ ਦਾ ਨਾਮ ਫਲ ਸਰਵਣ ਹੈ, ਜਿਹੜਾ ਚੌਥੇ ਪ੍ਰਕਾਰ ਦਾ ਸਰਵਣ ਦੱਸਿਆ। ਪੰਚਮ ਅਰਥਵਾਦ ਸੁਨ ਲੱਛਣ, ਔਰ ਪੰਜਵਾਂ ਹੈ ਅਰਥਵਾਦ ਸਰਵਣ। ਹੁਣ ਇਹਦੇ ਲੱਛਣ ਸੁਣੋ ਵੀ ਜਿਹੜਾ ਇਹ ਅਰਥਵਾਦ ਸਰਵਣ ਹੈ ਇਹ ਕੀ ਹੈ, ਹੁਣ ਇਹਦੇ ਬਾਰੇ ਦੱਸਦੇ ਹਨ। ਜੋ ਭਾਖਤ ਹੈ ਗਿਆਨ ਵਿਚਖਣ, ਜਿਹੜਾ ਗਿਆਨ ਦੱਸਿਆ ਜਾਂਦਾ ਜਿਨ੍ਹਾਂ ਬਚਨਾਂ ਵਿੱਚ, ਵਰਣਨ ਜੋਗ ਵਸਤ ਹੈ ਜੋਏ, ਵਰਣਨ ਯੋਗ ਜਿਹੜੀ ਵਸਤੂ ਹੈ, ਤਿਸ ਮਹਿ ਤਿਸ ਕੀ ਉਸਤਤ ਹੋਏ। ਜਿਨ੍ਹਾਂ ਬਚਨਾਂ ਵਿੱਚ ਉਹਦੀ ਉਸਤਤ ਹੋਵੇ। ਮੰਨ ਲਓ ਵੀ ਪ੍ਰਮਾਤਮਾ ਨੂੰ ਵਰਣਨ ਕੀ, ਪਿੱਛੇ ਤੇ ਪ੍ਰਤਿਪਾਦਿਆ ਵਾਹਿਗੁਰੂ ਦੇ ਸਰੂਪ ਦਾ ਹੋਇਆ, ਫਿਰ ਜਿਸ ਦਾ ਪ੍ਰਤਿਪਾਦਨ ਹੋ ਰਿਹਾ ਉਹਦੀ ਉਸਤਤ ਕਰਨੀ, ਰੱਬ ਦੀ ਉਸਤਤ, ਪਰਮੇਸ਼ਰ ਦੀ ਉਸਤਤ। ਜਿਨ੍ਹਾਂ ਬਚਨਾਂ ਵਿੱਚ, ਜਿਨ੍ਹਾਂ ਸ਼ਬਦਾਂ ਵਿੱਚ ਪ੍ਰਮਾਤਮਾ ਦੀ ਉਸਤਤੀ ਕੀਤੀ ਜਾਂਦੀ ਹੈ, ਨਾਨਕ ਨਿਰਗੁਣ ਗੁਣ ਹੈ ਕਰੇ, ਉਹਨੂੰ ਕਹਿੰਦੇ ਨੇ ਅਰਥਵਾਦ ਸਰਵਣ। ਜਿਵੇਂ ਉਦਾਹਰਣ ਦਿੰਦੇ, ਨਾਨਕ ਨਿਰਗੁਣ ਗੁਣ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਐ ਪਰਮੇਸ਼ਰ ਨਿਰਗੁਣਿਆਂ ਦੇ ਉੱਤੇ ਵੀ ਪਰਉਪਕਾਰ ਕਰਦਾ ਹੈ। ਨਿਰਗੁਣ ਜੀਵ ਨੇ, ਅਸੀਂ ਜੀਵ ਹਾਂ ਨਿਰਗੁਣਿਆਰੇ, ਤੇ ਵਾਹਿਗੁਰੂ ਜੀ ਸਾਡੇ ਤੇ ਗੁਣ ਉਪਕਾਰ। ਇਹ ਪਰਮੇਸ਼ਰ ਦੀ ਉਸਤਤ ਹੈ, ਉਹਦੀ ਵਡਿਆਈ। ਜਿਨ੍ਹਾਂ ਸ਼ਬਦਾਂ 'ਚ ਉਹਦੀ ਉਸਤਤ ਹੈ ਉਹਨਾਂ ਨੂੰ ਅਰਥਵਾਦ ਸਰਵਣ ਕਹਿੰਦੇ। ਜਿਹੜੇ ਬਚਨ ਇਦਾਂ ਦੇ ਆਪਾਂ ਸੁਣਦੇ ਆ ਨਾ, ਇਹ ਅਰਥਵਾਦ ਸਰਵਣ ਵਿੱਚ ਆਉਂਦੇ ਹਨ। ਗੁਣਵੰਤਿਆ ਜੋ ਹੋਏ ਗੁਣ ਦੇ, ਫਿਰ ਉਹ ਗੁਣਵੰਤਿਆ ਗੁਣ ਦੇ, ਜਿਹੜੇ ਗੁਣਵੰਤੇ ਗੁਣਾ ਵਾਲੇ ਨੇ ਉਹਨਾਂ ਨੂੰ ਉਹ ਗੁਣ ਦੇਣ ਵਾਲਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਨ੍ਹਾਂ ਕੋਲ ਪਹਿਲਾਂ ਗੁਣ ਸੀ ਉਹਨਾਂ ਨੂੰ ਵਾਹਿਗੁਰੂ ਹੋਰ ਗੁਣ ਬਖਸ਼ਦਾ ਹੈ। ਹੋਰ ਬੇਅੰਤ, ਜਿਨ੍ਹਾਂ ਕੋਲ ਪਹਿਲਾਂ ਗੁਣ ਕਿਹੜਾ ਸੀ? ਸ਼ਰਧਾ ਦਾ। ਗੁਰੂ ਤੇ ਸ਼ਰਧਾ ਦਾ ਗੁਣ ਰੱਖਿਆ, ਤੇ ਗੁਰੂ ਨੇ ਕੀ ਕੀਤਾ? ਇੱਕ ਗੁਣ ਵੇਖਿਆ ਸ਼ਰਧਾ ਦਾ ਤੇ ਬੇਅੰਤੀ ਗੁਣ ਦੇ ਦਿੱਤੇ। ਹਾਂਜੀ, ਏਦਾਂ ਸਤਿਗੁਰੂ ਜੀ ਗੁਣਵੰਤਿਆਂ ਨੂੰ ਗੁਣ ਦੇਣ ਵਾਲੇ ਹਨ। ਤੇਹਾ ਕੋਈ ਨਾ ਸੁਝਈ ਪਰੇ, ਜਦੋਂ ਕਹੀਏ ਕਿ ਉਹਦੇ ਵਰਗਾ ਕੋਈ ਸੁਝਦਾ ਹੀ ਨਹੀਂ, ਤੇਹਾ ਕੋਈ ਨਾ ਸੁਝਈ, ਉਹਦੇ ਵਰਗਾ ਹੋਰ ਕੋਈ ਨਹੀਂ ਸੁਝਦਾ। ਜੇ ਤਿਸ ਕੋ ਗੁਣ ਕੋਏ ਕਰੇ, ਉਹਦੇ ਤੋਂ ਪਰੇ ਨਹੀਂ ਕੋਈ ਜਿਹੜਾ ਉਹਦੇ ਤੇ ਉਪਕਾਰ, ਉਹ ਸਾਰਿਆਂ ਤੇ ਉਪਕਾਰ ਕਰਦਾ, ਪਰ ਉਹਦੇ ਤੋਂ ਪਰੇ ਨਹੀਂ ਕੋਈ ਦਿਸਦਾ ਜਿਹੜਾ ਉਹਦੇ ਤੇ ਉਪਕਾਰ ਕਰਦਾ ਹੋਵੇ। ਆਹ ਸ਼ਬਦ ਜਿਹੜੇ ਨੇ, ਏਦਾਂ ਦੇ ਜਿਹੜੇ ਬਚਨ ਅਸੀਂ ਸੁਣਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ, ਜਪਜੀ ਸਾਹਿਬ ਵਿੱਚ, ਸਭ ਤੇ ਗਿਆਨਵਾਨ ਹੋਏ ਦੀਹਾ, ਜਿਸ ਤੋਂ ਇਹ ਪਤਾ ਲੱਗੇ ਕਿ ਜੋ ਸਭ ਤੋਂ ਗਿਆਨਵਾਨ ਹੈ ਔਰ ਦੀਹਾ ਵੱਡਾ ਹੈ, ਤਿਸ ਪਰ ਕੋ ਉਪਕਾਰ ਕਰੀਹਾ। ਇਹ ਜਿਹੜੇ ਸ਼ਬਦ ਨੇ ਇਹਨਾਂ ਨੂੰ ਅਰਥਵਾਦ ਸਰਵਣ ਕਹਿੰਦੇ ਨੇ। ਔਰ ਜਦੋਂ ਉਸ ਬ੍ਰਹਮ ਦਾ ਸਰੂਪ ਜਿਸ ਨੂੰ ਪ੍ਰਾਪਤ ਹੋ ਗਿਆ, ਜਿਹੜਾ ਬ੍ਰਹਮ ਗਿਆਨੀ ਹੋ ਗਿਆ, ਪਰਮਾਤਮਾ ਤੇ ਤਾਂ ਕੀ ਉਪਕਾਰ ਕਰਨਾ ਕਿਸੇ ਨੇ, ਬ੍ਰਹਮ ਗਿਆਨੀਆਂ ਤੇ ਵੀ ਕੋਈ ਉਪਕਾਰ ਨਹੀਂ ਹੁੰਦਾ, ਉਹਨਾਂ ਤੇ ਵੀ ਕਿਸੇ ਪ੍ਰਕਾਰ ਦਾ ਕੋਈ ਕੀ ਉਪਕਾਰ ਕਰ ਸਕਦਾ ਹੈ? ਚਾਹੇ ਸੋ ਕਰੈ ਆਪ ਸਮਰੱਥ, ਕਿਉਂਕਿ ਜਿਹੜੇ ਬ੍ਰਹਮ ਗਿਆਨੀ ਨੇ ਉਹ ਜੋ ਚਾਹੇ ਮਰਜ਼ੀ ਕਰਨ ਦੇ ਸਮਰੱਥ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਕਿਸੇ ਦੇ ਸਹਾਨ ਦੀ ਲੋੜ ਥੋੜੀ ਰਹਿ ਗਈ ਕਿ ਸਾਡਾ ਕੋਈ ਭਲਾ ਕਰੇ, ਉਪਕਾਰ। ਉਹਨਾਂ ਨੂੰ ਨਹੀਂ, ਫਿਰ ਉਹਨਾਂ ਦੀ ਜਗਤ ਨੂੰ ਲੋੜ ਹੈ, ਪਰ ਉਹਨਾਂ ਨੂੰ ਕਿਸੇ ਦੀ। ਸ਼ਮਸਤਵਰੇ ਜਦੋਂ ਗਿਆ ਨਾ ਮੁਲਤਾਨ, ਬ੍ਰਹਮ ਗਿਆਨੀ ਸੀ, ਘਰੋਂ ਕੱਢ ਦਿੱਤਾ, ਸਰੀਰ ਤੇ ਉਹਦੀ ਚਮੜੀ ਜਿਹੜੀ ਖੱਲ ਲਾਈ ਹੋਈ ਸੀ। ਜਦੋਂ ਮੁਲਤਾਨ ਪਹੁੰਚਿਆ ਤੇ ਭੁੱਖਾ ਮਰਦਾ, ਕੋਈ ਨੇੜੇ ਨਾ ਲੱਗਣ ਦੇਵੇ। ਕਿਤੋਂ ਮੱਛੀ ਮਿਲ ਗਈ, ਕਹਿੰਦਾ ਵੀ ਇਹ ਭੁੰਨ ਕੇ ਖਾਣੀ, ਕੋਈ ਅੱਗ ਨਾ ਬਾਲਣ ਦੇਵੇ। ਸੂਰਜ ਨੂੰ ਵੇਖ ਕੇ ਕਹਿੰਦਾ ਤੇਰਾ ਨਾਮ ਵੀ ਸ਼ਮਸ਼ ਆ, ਮੇਰਾ ਨਾਮ ਵੀ ਸ਼ਮਸ਼। ਸੂਰਜ ਨੂੰ ਵੀ ਸ਼ਮਸ਼ ਕਹਿੰਦੇ ਆ, ਤੇ ਤੈਨੂੰ ਮੇਰਾ ਕੰਮ ਕਰਨਾ ਪੈਣਾ, ਆ ਜਰਾ ਨੇੜੇ ਮੇਰੀ ਮੱਛੀ ਭੁੰਨ ਕੇ ਦੇ। ਕਹਿੰਦੇ ਸੂਰਜ ਜਿਸ ਵੇਲੇ ਨੇੜੇ ਆਉਣ ਲੱਗਾ, ਦੁਨੀਆ ਸੜਨ ਲੱਗੀ।
ਜਦੋਂ ਸੜਨ ਲੱਗੀ ਫਿਰ ਉਸੇ ਵੇਲੇ ਸਾਰੇ ਆ ਕੇ ਇਹਦੀ ਸ਼ਰਨ 'ਚ ਪੈ ਗਏ। ਯਾਨੀ ਕਿ ਬ੍ਰਹਮ ਗਿਆਨੀ ਆਪ ਸਮਰੱਥ ਹੈ, ਉਹ ਕੁਝ ਵੀ ਕਰ ਸਕਦਾ, ਉਹਨੂੰ ਕਿਸੇ ਦੇ ਉਪਕਾਰ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜਾ ਬ੍ਰਹਮੀ ਹੋ ਗਿਆ ਤੇ ਬ੍ਰਹਮ ਨੂੰ ਕਿਸੇ ਦੇ ਉਪਕਾਰ ਦੀ ਲੋੜ ਹੀ ਨਹੀਂ ਹੈ। ਇਹ ਜਿਹੜੇ ਬਚਨ ਕਹੇ ਜਾਂਦੇ ਆ ਨਾ, ਇਹਨਾਂ ਬਚਨਾਂ ਦੇ ਵਿੱਚ ਜੋ ਗਿਆਨ ਦਿੱਤਾ ਜਾ ਰਿਹਾ ਇਹਨੂੰ ਅਰਥਵਾਦ ਸ਼ਰਵਣ ਬੋਲਦੇ ਨੇ, ਕਿਉਂਕਿ ਸੁਣਨਾ ਕਈ ਪ੍ਰਕਾਰ ਦਾ ਹੈ। ਇੱਥੇ 6 ਪ੍ਰਕਾਰ ਦਾ ਦੱਸਿਆ, ਜਿਨ੍ਹਾਂ ਵਿੱਚ ਵੱਖੋ ਵੱਖਰੇ ਅੱਗੇ ਵਿਸ਼ੇ ਦੱਸੇ ਨੇ, ਜਿਹਦੇ ਵਿੱਚ ਆਹ ਵਿਸ਼ਾ ਹੋਵੇ ਉਹ ਆਹ ਸ਼ਰਵਣ, ਆਹ ਵਿਸ਼ਾ ਹੋਵੇ ਆਹ ਸ਼ਰਵਣ ਹੈ। ਅਰਥਵਾਦ ਸ਼ਰਵਣ ਇਸ ਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਦੇ ਸਭ ਕੁਝ ਆਪਣੇ ਹੱਥ ਵਿੱਚ ਆ ਜਾਂਦਾ, ਕੰਟਰੋਲ 'ਚ ਆ ਜਾਂਦਾ। ਕਿਉਂ? ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਫਿਰ ਉਹ ਆਪ ਪਰਮੇਸ਼ਰ ਰੂਪੀ ਹੋ ਜਾਂਦਾ। ਇਸ ਕਰਕੇ ਗੁਰਦੇਵ ਨੇ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀਆਂ ਦੇ ਲੱਛਣ ਨੇ। ਬ੍ਰਹਮ ਗਿਆਨੀ, ਫਿਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਆਹਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਏਡੀ ਵੱਡੀ ਤਾਕਤ ਆ ਜਾਂਦੀ ਉਹਦੇ ਕੋਲ, ਫਿਰ ਉਹਨੂੰ ਭਲਾ ਕਿਸੇ ਦੇ ਉਪਕਾਰ ਦੀ ਜ਼ਰੂਰਤ ਹੈ? ਹਾਂਜੀ। ਬ੍ਰਹਮ ਗਿਆਨੀ ਕੈ ਸਭ ਕਿਛ ਹੱਥ, ਬ੍ਰਹਮ ਗਿਆਨੀ ਦੇ ਸਭ ਕੁਝ ਆਪਣੇ ਹੱਥ ਵਿੱਚ ਹੈ। ਉਪਪਤ ਖਸ਼ਟਮ ਸ਼ਰਵਣ ਸੋ ਲੱਛਣ। ਗੁਰੂ ਖਾਲਸਾ ਜੀ, ਇਹ ਹੋ ਗਿਆ ਅਰਥਵਾਦ ਸ਼ਰਵਣ। ਹੁਣ ਅੱਗੇ ਦੱਸਦੇ ਨੇ 6ਵਾਂ ਸ਼ਰਵਣ ਉਪਪਤੀ। ਉਪਪਤੀ ਕਿਸ ਨੂੰ ਕਹਿੰਦੇ ਨੇ? ਹੁਣ ਉਹ ਸੁਣੋ। ਕਹਿਤ ਬੇਦ ਸਤਿਗੁਰੂ ਵਿਚਖਣ। ਵੇਦਾਂ ਵਿੱਚ ਵੀ ਜਿਸ ਬਾਰੇ ਦੱਸਿਆ ਗਿਆ ਔਰ ਗੁਰੂ ਪਾਤਸ਼ਾਹ ਨੇ ਵੀ ਜਿਸ ਬਾਰੇ ਦੱਸਿਆ ਹੈ, ਜੋ ਪ੍ਰਕਰਨ ਕਰਕੇ ਸ਼ੁਭ ਅਰਥ, ਜਿਸ ਪ੍ਰਕਰਨ ਕਰਕੇ ਸ਼ੁਭ ਅਰਥ ਦਾ ਪ੍ਰਗਟਾਵਾ ਹੋਵੇ, ਪ੍ਰਤਿਪਾਦਨ ਕੇ ਯੋਗ ਸਮਰੱਥ, ਜੋ ਪ੍ਰਤਿਪਾਦਨ ਕਰਨ ਯੋਗ ਸਮਰੱਥ ਹੋਵੇ, ਦੋਹਰਾ ਤਿਸੀ ਅਰਥ ਸਿਧ ਕਰਨ ਮੈਂ, ਤਿਸੀ ਪ੍ਰਕਰਨ ਮਝਾਰ। ਕਹਿੰਦੇ ਜਿਹੜਾ ਅਰਥ ਪੰਕਤੀਆਂ 'ਚ ਦੱਸਿਆ ਜਾ ਰਿਹਾ, ਉਸ ਅਰਥ ਦੇ ਪ੍ਰਕਰਣ ਨੂੰ ਸਮਝਾਉਣ ਵਾਸਤੇ ਉਸੇ ਪੰਕਤੀ ਦੇ ਨਾਲ ਸ਼ਰਵਣ ਕਰੀ ਹੈ ਜੁਗਤ ਜੋ, ਸੋ ਉਤਪਤ ਉਪਪਤ ਵਿਚਾਰ। ਨਾਲ ਉਦਾਹਰਣ ਦਿੱਤੀ ਜਾਂਦੀ ਹੈ। ਕਹਿੰਦੇ ਉਹਨੂੰ ਕਹਿੰਦੇ ਨੇ ਉਪਪਤੀ ਸ਼ਰਵਣ, ਵੀ ਜਿਹੜਾ ਪਰਮੇਸ਼ਰ ਦਾ ਸਰੂਪ ਉਹਦਾ ਵਰਣਨ ਹੋ ਰਿਹਾ, ਨਾਲ ਉਦਾਹਰਣ ਦਿੱਤੀ ਅਗਲੀ ਪੰਕਤੀ। ਜੋ ਗੁਰਬਾਣੀ 'ਚ ਕਿੰਨੀਆਂ ਉਦਾਹਰਣਾਂ ਆਉਂਦੀਆਂ, ਜਿਵੇਂ ਕਿਹਾ ਜਾਂਦਾ ਨਾ, ਹਸਤੀ ਸਿਰ ਜਿਉ ਅੰਕਸ ਹੈ, ਹਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਇਹ ਉਦਾਹਰਣ ਦਿੱਤੀ ਹੈ ਨਾ, ਵੀ ਹਾਥੀ ਜਿਵੇਂ ਕੁੰਡੇ ਥੱਲੇ ਸਿਰ ਦਿੰਦਾ, ਉਸੇ ਦਾ ਜਿਸ ਉਦਾਹਰਣ ਦੇ ਕੇ ਜਿਹਨੂੰ ਸਮਝਾਇਆ ਜਾਵੇ, ਜਿਹੜੇ ਬਚਨ ਉਹ ਇਦਾਂ ਦੇ ਜਿਹੜੇ ਬਚਨ ਨੇ, ਉਹਨਾਂ ਬਚਨਾਂ ਨੂੰ, ਗੁਰਬਾਣੀ ਦੇ ਉਹਨਾਂ ਬਚਨਾਂ ਨੂੰ ਗੁਰੂ ਖਾਲਸਾ ਜੀ ਉਪਪਤੀ ਸ਼ਰਵਣ ਕਹਿੰਦੇ। 6ਵੇਂ ਪ੍ਰਕਾਰ ਦਾ ਸ਼ਰਵਣ ਹੈ। ਜਪਜੀ ਸਾਹਿਬ 'ਚ ਕਿੱਥੇ ਵਰਤਿਆ ਗੁਰੂ ਸਾਹਿਬ ਨੇ, ਉਹ ਦੱਸਦੇ ਹਨ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਇਹ ਬਚਨ ਪੜ੍ਹਦੇ ਹੋ ਤੁਸੀਂ, ਸਾਲਾਹੀ ਸਾਲਾਹੇ। ਉਹ ਸਲਾਹ ਕਰਨ ਯੋਗ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁੰਦੇ ਨੇ ਰੱਬ ਦੇ ਪਿਆਰੇ, ਪਰ ਸਲਾਹ ਕੇ ਤੀ ਸੁਰਤ ਨਾ ਪਾਈਆ। ਉਹਦੇ ਪੂਰੇ ਸਵਰੂਪ ਦਾ ਗਿਆਨ ਨਹੀਂ ਹੁੰਦਾ। ਜਿੰਨਾ ਮਰਜੀ ਸਲਾਈ ਜਾਏ, ਉਹਦਾ ਅੰਤ ਥੋੜੀ ਹੈ। ਇਤੀ ਸੁਰਤੀ, ਉਹਦਾ ਇਤਨੀ ਸੁਰਤ ਗਿਆਨ ਪ੍ਰਾਪਤ ਨਹੀਂ ਹੁੰਦਾ ਵੀ ਉਹਨੂੰ ਸਲਾਹ ਕੇ ਕਿੱਥੇ ਪਹੁੰਚਾਂਗੇ ਅਸੀਂ। ਉਹ ਤਾਂ ਪਤਾ ਲੱਗਦਾ ਜੇ ਨਜ਼ਰ ਹੋਵੇਗੀ ਸਾਹਿਬ ਦੀ। ਫਿਰ ਕੀ ਦੱਸਦੇ ਨੇ, ਕਿ ਉਦਾਹਰਣ ਦਿੰਦੇ ਨੇ ਨਾਲ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ। ਉਦਾਹਰਣ ਆ ਗਈ ਨਾ ਅੱਗੇ, ਪਿੱਛੇ ਅੱਗੇ ਉਦਾਹਰਣ, ਜਿਵੇਂ ਨਦੀਆਂ ਸਾਰੀਆਂ ਸਮੁੰਦਰ 'ਚ ਜਾ ਕੇ ਪਈਆਂ, ਸਮੁੰਦਰ 'ਚ ਪਈਆਂ, ਉਹ ਨਹੀਂ ਜਾਣੀਆਂ ਜਾਂਦੀਆਂ ਵੱਖਰੀਆਂ ਵੀ। ਇਹਦੇ ਵਿੱਚ ਨਦੀਆਂ ਵੱਖਰੀਆਂ ਕਿਹੜੀਆਂ? ਸਮੁੰਦਰ ਰੂਪ ਹੀ ਹੋ ਜਾਂਦੀਆਂ। ਹਾਂਜੀ, ਉਸੇ ਦਾ ਹੀ ਰੂਪ ਹੋ ਗਈਆਂ। ਹਾਂਜੀ, ਸਮੁੰਦ ਸਾਹ ਸੁਲਤਾਨ। ਜਿਹੜਾ ਸਮੁੰਦਰ ਸਾਰੇ ਸ਼ਾਹਾਂ ਦਾ ਸ਼ਾਹ ਸਮੁੰਦਰ ਕਿਹਾ ਜਾਂਦਾ ਹੈ, ਸੁਲਤਾਨ ਕਿਹਾ ਜਾਂਦਾ ਹੈ। ਉਦਾਹਰਣ ਆ ਗਈ।
ਉਹਦੇ ਵਿੱਚ ਜਾ ਕੇ ਮਿਲ ਕੇ ਉਹ ਸਮੁੰਦਰ ਰੂਪੀ ਹੋ ਗਈਆਂ। ਅੱਗੇ ਵਿਆਖਿਆ ਕਰਦੇ ਹਨ। ਚੌਪਈ ਨਦੀ ਈਸ਼ ਹੈ ਜੀਵ ਸੁਵਾਹਾ। ਹੁਣ ਉਦਾਹਰਣ ਦਿੱਤੀ, ਨਾਲ ਸਮਝਾਇਆ ਅਰਥ। ਉਦਾਹਰਣ ਕੀ ਦਿੱਤੀ? ਨਦੀਆਂ ਦੀ ਦਿੱਤੀ ਵੀ ਸਮੁੰਦਰ 'ਚ ਪੈਂਦੀਆਂ ਨੇ, ਤੇ ਫਿਰ ਸਮਝਾਉਂਦੇ ਆ ਵੀ ਜਿਹੜੀਆਂ ਈਸ਼ਵਰ ਹੈ ਉਹ ਨਦੀ ਹੈ, ਜਿਹੜੇ ਜੀਵ ਨੇ ਵਾੜੇ ਨੇ, ਛੋਟੇ ਛੋਟੇ ਨਾਲੇ ਹੁੰਦੇ ਆ ਨਾ, ਉਹ ਵਾੜਿਆਂ ਦੇ ਸਮਾਨ ਨੇ ਜੀਵ, ਤੇ ਈਸ਼ਵਰ ਜਿਹੜਾ ਹੈ ਉਹ ਨਦੀ ਹੈ। ਦੋਨੋਂ ਮਿਲੇ ਉਦਦ ਬ੍ਰਹਮ ਮਾਹਾ। ਔਰ ਜਿਹੜਾ ਬ੍ਰਹਮ ਹੈ ਉਹ ਸਮੁੰਦਰ ਹੈ। ਜੀਵ ਤੇ ਈਸ਼ਵਰ ਜਦੋਂ ਨਾਲੇ ਨਦੀਆਂ ਵਿੱਚ ਮਿਲ ਜਾਂਦੇ, ਈਸ਼ਵਰ 'ਚ ਮਿਲ ਜਾਂਦੇ, ਈਸ਼ਵਰ ਫਿਰ ਨਦੀ ਜਿਹੜੀ ਉਹ ਸਮੁੰਦਰ 'ਚ ਜਾ ਕੇ ਬ੍ਰਹਮ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਏਦਾਂ ਦੋਨੋਂ ਫਿਰ ਬ੍ਰਹਮ ਦੇ ਵਿੱਚ ਮਿਲ ਕੇ ਬ੍ਰਹਮ ਸਰੂਪ ਹੋ ਜਾਂਦੇ ਹਨ। ਨਾਮ ਨਦੀ ਵਾਹਾ ਮਿਟ ਜਾਏ। ਜਦੋਂ ਸਮੁੰਦਰ 'ਚ ਹੀ ਮਿਲ ਗਏ ਨਦੀ ਤੇ ਵਾੜੇ, ਫਿਰ ਉਹਨਾਂ ਨੂੰ ਨਦੀ ਤੇ ਜਾਂ ਵਾਹੜਾ ਵੱਖਰਾ ਨਹੀਂ ਕਿਹਾ ਜਾਂਦਾ, ਉਹਨਾਂ ਦਾ ਨਾਂ ਹੀ ਉੱਥੇ ਜਾ ਕੇ ਖਤਮ ਹੋ ਜਾਂਦੇ ਜਦੋਂ ਸਮੁੰਦਰ 'ਚ ਗਏ। ਤਿਮ ਹੀ ਈਸ਼ ਜੀਵ ਨ ਰਹਾਏ। ਫਿਰ ਉਹਨਾਂ ਨੂੰ ਸਮੁੰਦਰ ਹੀ ਕਿਹਾ ਜਾਂਦਾ, ਫਿਰ ਉੱਥੇ ਨਦੀ ਵਾੜੇ ਵੱਖਰੇ ਵੱਖਰੇ ਨਹੀਂ ਕਹੇ ਜਾਂਦੇ। ਇਸੇ ਤਰ੍ਹਾਂ ਜੀਵ ਈਸ਼ਵਰ ਜਦੋਂ ਬ੍ਰਹਮ 'ਚ ਜਾ ਕੇ ਮਿਲ ਕੇ ਅਭੇਦ ਹੋ ਗਏ, ਉਹ ਫਿਰ ਬ੍ਰਹਮ ਸਰੂਪ ਹੀ ਕਹੇ ਜਾਂਦੇ ਹਨ। ਉਹਨਾਂ ਨੂੰ ਫਿਰ ਬ੍ਰਹਮ ਤੋਂ ਵੱਖਰਾ ਨਹੀਂ ਜਣਾਇਆ ਜਾਂਦਾ, ਵੱਖਰਾ ਨਹੀਂ ਕਿਹਾ ਜਾਂਦਾ। ਸਿੰਧ ਰੂਪ ਬਨ ਸਿੰਧ ਕਹਾਵੇ। ਉਹ ਸਮੁੰਦਰ ਦੇ ਰੂਪ ਬਣ ਕੇ ਸਮੁੰਦਰ ਹੀ ਹੋ ਜਾਂਦੇ ਹਨ। ਤਥਾ ਬ੍ਰਹਮ ਸੋ ਦ્વੈ ਮਿਲ ਜਾਵੇ। ਇਦਾਂ ਇਹ ਜੀਵ ਤੇ ਈਸ਼ਵਰ ਬ੍ਰਹਮ ਵਿੱਚ ਮਿਲ ਕੇ ਫਿਰ ਉਹ ਬ੍ਰਹਮ ਰੂਪ ਹੀ ਹੋ ਜਾਂਦੇ ਨੇ, ਬ੍ਰਹਮ ਵਿੱਚ ਹੀ ਅਭੇਦ ਹੋ ਜਾਂਦੇ ਹਨ। ਕੋਟ ਯਤਨ ਤੇ ਨਿਆਰੇ ਹੋਏ ਨਾ। ਫਿਰ ਕਰੋੜਾਂ ਯਤਨਾਂ ਨਾਲ ਉਹਨਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਬ੍ਰਹਮ ਤੋਂ। ਜਦੋਂ ਬ੍ਰਹਮ ਵਿੱਚ ਜਾ ਕੇ ਅਭੇਦ ਹੋ ਗਏ, ਫਿਰ ਕੋਈ ਨਾ ਸਾਕਾ ਭਿੰਨ ਕਰ ਬਲਰਾਮ ਜੀਓ। ਜਿਹੜੇ ਉਹਦੇ ਵਿੱਚ ਜਾ ਕੇ ਮਿਲ ਕੇ ਅਭੇਦ ਹੋ ਗਏ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਉਸ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਉਸੇ ਵਿੱਚ ਹੀ ਜਾ ਕੇ ਮਿਲ ਕੇ ਇੱਕਮਿਕ ਹੋ ਗਏ, ਰਾਮ ਕਬੀਰ ਇੱਕ ਹੋ ਗਏ। ਮਿਲੇ ਵਿਭੇਦ ਸਕੈ ਕਰ ਕੋਈ ਨਾ। ਜਦੋਂ ਮਿਲ ਗਏ ਤੇ ਫਿਰ ਉਹਨਾਂ ਮਿਲਿਆ ਹੋਇਆਂ ਨੂੰ ਕੋਈ ਨਹੀਂ ਵਿਛੋੜ ਸਕਦਾ। ਜਿਹੜੇ ਮਿਲ ਗਏ ਫਿਰ ਉਹਦੇ ਵਿੱਚ ਹੀ ਸदैवी ਤੌਰ ਤੇ ਅਭੇਦ ਹੋ ਜਾਂਦੇ ਹਨ। ਜੁਗਤ ਉਕਤ ਇਕਤਾ ਮਹਿ ਐਸੇ। ਇਹ ਵੀ ਔਰ ਬ੍ਰਹਮ ਦੀ ਜਿਹੜੀ ਏਕਤਾ ਦੇ ਵਿੱਚ ਉਕਤੀਆਂ ਜੁਗਤੀਆਂ ਵਰਤੀਆਂ ਜਾਂਦੀਆਂ ਨੇ, ਉਦਾਹਰਣਾਂ ਜਾਂ ਪ੍ਰਮਾਣ ਵਰਤੇ ਜਾਂਦੇ ਹਨ। ਉਪਪਤ ਸ਼ਰਵਣ ਰੂਪ ਲਖ ਤੈਸੇ। ਇਹਨੂੰ ਉਪਪਤੀ ਸ਼ਰਵਣ ਕਹਿੰਦੇ ਹਨ। ਇਹ 6ਵਾਂ ਰੂਪ ਹੈ ਸ਼ਰਵਣ ਦਾ। ਇਹ ਉਪਪਤੀ ਸ਼ਰਵਣ ਕਿਹਾ ਜਾਂਦਾ, ਜਿਹਦੇ ਵਿੱਚ ਉਕਤੀਆਂ ਜੁਗਤੀਆਂ ਦੱਸੀਆਂ ਜਾਣ ਏਕਤਾ ਬਾਰੇ। ਜਿਵੇਂ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਆਂ ਕਹਿ ਕੇ ਉਦਾਹਰਣ ਦਿੱਤੀ, ਉਕਤੀ ਦਿੱਤੀ ਹੈ। ਏਦਾਂ ਜਿਹੜੀਆਂ ਜੀਵ ਈਸ਼ਵਰ ਦੀ ਏਕਤਾ ਵਾਸਤੇ ਜਾਂ ਜੀਵ ਈਸ਼ਵਰ ਔਰ ਬ੍ਰਹਮ ਦੀ ਏਕਤਾ ਵਾਸਤੇ ਜਿਹੜੀਆਂ ਉਕਤੀਆਂ ਜੁਗਤੀਆਂ ਗੁਰਬਾਣੀ 'ਚ ਦਿੱਤੀਆਂ ਜਾਂਦੀਆਂ, ਉਹ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਉਪਪਤੀ ਸ਼ਰਵਣ ਦਾ ਜ਼ਿਕਰ ਆਉਂਦਾ ਹੈ। ਵੇਦ ਛਾਂਦੋਗ ਖਸਟ ਮੇ ਧਿਆਏ। ਖਾਲਸਾ ਜੀ, ਛਾਂਦੋਗਿਆ ਉਪਨਿਸ਼ਦ ਹੈ। ਉਪਨਿਸ਼ਦਾਂ ਵਿੱਚ ਬ੍ਰਹਮ ਦਾ ਸਰੂਪ ਨਿਰੂਪਣ ਕੀਤਾ ਗਿਆ। ਉਹ ਗਿਆਨ ਕਾਂਡ ਦਾ ਹਿੱਸਾ ਨੇ ਉਪਨਿਸ਼ਦਾਂ। ਉਹਨਾਂ ਵਿੱਚੋਂ ਇੱਕ ਉਪਨਿਸ਼ਦ ਦਾ ਨਾਮ ਹੈ ਛਾਂਦੋਗਿਆ ਉਪਨਿਸ਼ਦ। ਜਿਹੜਾ ਛਾਂਦੋਗਿਆ ਉਪਨਿਸ਼ਦ ਗ੍ਰੰਥ ਹੈ, ਤਾਹਾਂ ਕਰੇ ਖਟ ਸ਼ਰਵਣ ਬਣਾਏ। ਭਾਈ ਸਾਹਿਬ ਕਿਉਂਕਿ ਸਾਰੇ ਸ਼ਾਸਤਰਾਂ ਦੇ ਵੀ ਗਿਆਤਾ ਨੇ, ਉਹਨਾਂ ਨੇ ਉਹ ਸਾਰੀਆਂ ਜਿੰਨੀਆਂ ਵੀ ਇਹ ਉਪਨਿਸ਼ਦਾਂ ਨੇ ਉਹਨਾਂ ਦਾ ਅਧਿਐਨ ਕੀਤਾ ਹੋਇਆ। ਕਹਿੰਦੇ ਛਾਂਦੋਗਿਆ ਉਪਨਿਸ਼ਦ ਦਾ ਜਿਹੜਾ 6ਵਾਂ ਅਧਿਆਏ ਹੈ, ਉਹਦੇ ਵਿੱਚ 6 ਪ੍ਰਕਾਰ ਦਾ ਇਹ ਸ਼ਰਵਣ ਦੱਸਿਆ ਗਿਆ। ਵੇਖੋ ਉਹਦਾ ਅਧਿਆਏ ਵੀ ਦੱਸਦੇ ਆ ਨਾਲ। ਕਹਿੰਦੇ 6ਵੇਂ ਅਧਿਆਏ ਦੇ ਵਿੱਚ ਛਾਂਦੋਗਿਆ ਖਸ਼ਟਵੇਂ ਅਧਿਆਏ, ਛਾਂਦੋਗਿਆ ਉਪਨਿਸ਼ਦ ਦੇ 6ਵੇਂ ਅਧਿਆਏ ਦੇ ਵਿੱਚ ਤਾਹਾਂ ਕਰੇ ਖਟ ਸ਼ਰਵਣ ਬਣਾਏ। ਉੱਥੇ 6 ਪ੍ਰਕਾਰ ਦੇ ਸ਼ਰਵਣ ਦੱਸੇ ਗਏ ਨੇ। ਸੋ ਜਪ ਜੀ ਮਹਿ ਗੁਰੂ ਦਿਖਾਏ। ਪਰ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿੱਡਾ ਤਰਸ ਕੀਤਾ। ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਸਾਨੂੰ ਇਹ 6 ਦੇ 6 ਸ਼ਰਵਣ ਸੁਣਾ ਦਿੱਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦਾ ਇਹ ਤਰਸ ਹੈ ਸਾਡੇ ਤੇ ਕਿ ਉਹਨਾਂ ਨੇ ਸ੍ਰੀ ਜਪਜੀ ਸਾਹਿਬ ਦੇ ਅੰਦਰ ਹੀ ਇਹ 6 ਦੇ 6 ਪ੍ਰਕਾਰ ਦੇ ਸ਼ਰਵਣਾਂ ਦਾ ਜ਼ਿਕਰ ਕੀਤਾ ਹੈ। ਸ਼ਰਵਣ ਪੌੜੀਆਂ 4 ਬਣਾਏ। ਜਪਜੀ ਸਾਹਿਬ ਜੀ ਮਹਾਰਾਜ ਜੀ ਨੇ ਸੁਣਨ ਦੀਆਂ 4 ਪੌੜੀਆਂ ਦੱਸੀਆਂ ਹਨ, ਸੁਣਾਈਆਂ ਹਨ। ਸ਼ਰਵਣ ਮਹਾਤਮ ਕੋ ਦਿਖਰਾਇਓ। ਉਹਦੇ 4 ਪੌੜੀਆਂ ਵਿੱਚ ਸੁਣਨ ਦੀ ਮਹਿਮਾ ਦੱਸੀ ਵੀ ਸੁਣਨ ਦਾ ਕੀ ਪੁੰਨ ਹੈ। ਸੁਣਿਆ ਅੰਦੇ ਪਾਵੈ ਰਾਹੋ, ਸੁਣਿਆ ਹਾਥ ਹੋਵੈ ਅਸਗਾਹ।
ਉੱਥੇ ਸੁਣਨ ਦਾ ਮਹਾਤਮ ਦੱਸਿਆ ਹੈ ਮਹਾਰਾਜ ਜੀ ਨੇ 4 ਪੌੜੀਆਂ ਵਿੱਚ। श्रवण रूप को नहीं बतायो। ਪਰ ਉੱਥੇ ਸ਼ਰਵਣ ਦਾ ਰੂਪ ਨਹੀਂ ਦੱਸਿਆ। ਸ਼ਰਵਣ ਦਾ ਰੂਪ ਅੱਗੇ ਪਿੱਛੇ ਪੰਕਤੀਆਂ 'ਚ ਜਿਹੜੀਆਂ ਬਾਕੀ ਪੌੜੀਆਂ ਨੇ ਉਹਨਾਂ 'ਚ ਦੱਸੇ ਨੇ 6 ਪ੍ਰਕਾਰ ਦੇ ਰੂਪ। ਉੱਥੇ ਸਿਰਫ ਸੁਣਨ ਦੀ ਮਹਿਮਾ ਹੈ 4 ਪੌੜੀਆਂ ਵਿੱਚ। ਸੁਣਨਾ ਹੁੰਦਾ ਕਿੰਨੇ ਪ੍ਰਕਾਰ ਦਾ ਹੈ? 6 ਪ੍ਰਕਾਰ ਦਾ। ਉਹ ਉੱਥੇ ਜ਼ਿਕਰ ਨਹੀਂ ਆਇਆ 4 ਪੌੜੀਆਂ ਵਿੱਚ। ਉਹਦਾ ਜ਼ਿਕਰ ਜਿਵੇਂ ਅੱਗੇ ਪਿੱਛੇ ਸਾਰੀਆਂ ਪੰਕਤੀਆਂ ਪਿੱਛੇ ਆਪ ਜੀ ਨੇ ਸੁਣੀਆਂ ਨੇ ਉਹਨਾਂ ਵਿੱਚ ਭਾਈ ਸਾਹਿਬ ਕਹਿੰਦੇ ਵਰਣਨ ਕੀਤਾ ਹੈ। सो खट रूप प्रगट दिखराए। ਇਹ 6 ਰੂਪ ਪ੍ਰਗਟ ਕਰਕੇ ਤੁਹਾਨੂੰ ਵਿਖਾਏ ਨੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਇਹਨਾਂ ਸਾਰੇ ਰੂਪਾਂ ਦਾ ਜਪਜੀ ਸਾਹਿਬ ਦਾ ਵਿਖਿਆਨ ਜਿਹੜਾ ਹੈ ਉਹ ਗਰਭਗੰਜਨੀ ਟੀਕੇ ਵਿੱਚ ਕੀਤਾ। ਜਪਜੀ ਸਾਹਿਬ ਦਾ ਟੀਕਾ ਉਹਦਾ ਨਾਮ ਹੈ ਗਰਭਗੰਜਨੀ ਟੀਕਾ। ਉਹਦੇ ਵਿੱਚ ਬੜੇ ਸੋਹਣੇ ਢੰਗ ਨਾਲ ਇਹ ਸਾਰੀ ਵਿਆਖਿਆ ਭਾਈ ਸਾਹਿਬ ਨੇ ਇੰਨੇ ਸੋਹਣੇ ਢੰਗ ਨਾਲ ਕੀਤੀ ਹੈ ਕਿ ਅੱਗੇ ਉਹਦਾ ਵੀ ਟੀਕਾ ਹੋਣਾ ਹੈ, ਉਹਦੀ ਵੀ ਅੱਗੇ ਵਿਆਖਿਆ ਹੋਣੀ ਚਾਹੀਦੀ ਹੈ। ਤੋ ਤਾਂ ਜਾ ਕੇ ਸਮਝ ਪੈਂਦੀ ਹੈ। ਇਤਨੀ ਗਹਿਰੀ ਸੁਰਤ ਵਿੱਚ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਖੁੱਭ ਜਾਂਦੇ ਹਨ। ਹਾਂਜੀ, सिख मुमोखी को समझाए। ਜਿਹੜਾ ਮਮੋਖਸ਼ੂ ਸਿੱਖ ਹੈ, ਮਮੋਖੀ ਦਾ ਮਤਲਬ ਜਿਹਦੇ ਅੰਦਰ ਮੁਕਤ ਹੋਣ ਦੀ ਕਾਂਖਾ ਹੋਵੇ ਉਹਨੂੰ ਮਮੋਖਸ਼ੂ ਕਹਿੰਦੇ ਨੇ। ਏਦਾਂ ਆਪਣੇ ਸਿੱਖ ਨੂੰ ਮਹਾਰਾਜ ਜੀ ਇਹ ਸਮਝਾਉਂਦੇ ਆ 4 ਪ੍ਰਕਾਰ ਦਾ ਸ਼ਰਵਣ। ਇਹ 6 ਪ੍ਰਕਾਰ ਦਾ ਜਿਹੜਾ ਸ਼ਰਵਣ ਹੈ ਉਹ ਮਮੋਖਸ਼ੂ ਨੂੰ ਸਮਝਾਉਂਦੇ ਹਨ। मनन ज्ञान को भेद बतावत। ਹੁਣ ਅੱਗੇ ਮਨਨ ਦਾ ਸਰੂਪ ਦੱਸਦੇ ਨੇ। ਸ਼ਰਵਣ ਤੋਂ ਬਾਅਦ ਆਉਂਦਾ ਮਨਨ। ਹੁਣ ਮਨਨ ਦਾ ਜਿਹੜਾ ਭੇਦ ਹੈ ਉਹਦਾ ਗਿਆਨ ਦੱਸਦੇ ਹਨ। जिसके करे परम गत पावत। ਜਿਸ ਦੇ ਕੀਤਿਆਂ ਜਦੋਂ ਕੋਈ ਮਨਨ ਕਰਦਾ ਹੈ, ਸੁਣ ਕੇ ਫਿਰ ਮਨਨ ਕਰਨਾ ਹੈ ਨਾ। ਜਦੋਂ ਕੋਈ ਮਨਨ ਕਰਦਾ ਉਹਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। मनन करे मन होत बिलाए। ਜਦੋਂ ਕੋਈ ਮਨਨ ਕਰਦਾ ਉਹਦਾ ਮਨ ਚਲਿਆ ਜਾਂਦਾ, ਉਹਦਾ ਮਨ ਵਿਲੈ ਹੋ ਜਾਂਦਾ ਹੈ। जो मन द्वैत रहे ओ लपटाए। ਜਿਹੜਾ ਮਨ ਦੁਵੈਤ ਵਿੱਚ ਲਪਟਿਆ ਹੋਇਆ ਹੈ ਜਦੋਂ ਮਨਨ ਕਰਦਾ ਫਿਰ ਉਹ ਵਿਲੈ ਹੋ ਜਾਂਦਾ ਹੈ। सत चेतन आनंद अपार। ਵਾਹਿਗੁਰੂ ਸਤ ਹੈ, ਚੇਤਨ ਹੈ, ਆਨੰਦ ਹੈ। ब्रह्म आत्मा हीन विकार। ਉਹ ਬ੍ਰਹਮ ਆਤਮਾ ਸਵਰੂਪ ਵਿਕਾਰਾਂ ਤੋਂ ਰਹਿਤ ਹੈ। एक रस सदा बालन है तरुण। ਉਹ ਸਦਾ ਇੱਕੋ ਜਿਹਾ ਰਹਿੰਦਾ। ਉਹ ਨਾ ਕਦੇ ਬਚਪਨ ਵਿੱਚ ਆ, ਨਾ ਬੁੱਢਾ ਤੇ ਨਾ ਜਵਾਨ ਹੈ। नहीं जरा ते जर जर मरण। ਨਾ ਹੀ ਬੁਢੇਪੇ ਦੇ ਵਿੱਚ ਸੜ ਸੜ ਕੇ ਮਰਨ ਵਾਲਾ ਹੈ। जड़ सो नहीं नहीं दुख रूप। ਨਾ ਉਹ ਜੜ ਹੈ ਤੇ ਨਾ ਹੀ ਉਹ ਦੁੱਖ ਰੂਪ ਹੈ। एक आत्मा अचल ਉਹ अनूप। ਇੱਕ ਆਤਮਾ ਚੱਲ ਸਵਰੂਪ ਹੈ। तीन शरीरन ते नित भिन्न। ਉਹ ਤਿੰਨਾਂ ਸਰੀਰਾਂ ਤੋਂ ਵੀ ਭਿੰਨ ਹੈ। ਸਥੂਲ, ਸੂਖਸ਼ਮ ਤੇ ਕਾਰਨ ਤੋਂ ਵੀ ਭਿੰਨ ਵੱਖਰਾ ਹੈ। साखी रूप नहीं पर छिन्न। ਉਹ ਸਾਖੀ ਹੈ ਤਿੰਨਾਂ ਦਾ ਔਰ ਪਰਛਿੰਨ ਨਹੀਂ ਹੈ, ਵਿਆਪਕ ਹੈ। थूल देह बिन सत अर जन्म है। ਆ ਜਿਹੜੀ ਥੂਲ ਦੇਹ ਆ ਸਾਡੀ ਇਹ ਜੰਮਦੀ ਵੀ ਹੈ ਤੇ ਬਿਨਸਦੀ ਵੀ ਹੈ। आत्म ज्यो क्या त्यो लख मन में है। ਪਰ ਜਿਹੜੀ ਆਤਮਾ ਹੈ ਉਹਨੂੰ ਆਪਣੇ ਮਨ 'ਚ ਜਾਣ ਲਓ, ਜਿਉਂ ਦੀ ਤਿਉਂ ਰਹਿੰਦੀ ਆ। ਉਹਦਾ ਨਾ ਜਨਮ ਹੁੰਦਾ ਨਾ ਮਰਨ ਹੁੰਦਾ। अवनी कैसे जा पर ਕਹਿੰਦੇ ਜਿਵੇਂ ਮੰਨ ਲਓ ਕੋਈ ਜ਼ਮੀਨ ਤੇ ਜਾਂ ਪਲੰਘੇ ਤੇ ਲੰਮਾ ਪੈਂਦਾ थूल देह जड़ समसर थिरै। ਤੇ ਸੌ ਜਾਂਦਾ। ਸੁੱਤੇ ਪਏ ਦੀ ਜਿਹੜੀ ਸਰੀਰ ਥੂਲ ਦੇਹ ਹੈ ਇਹ ਫਿਰ ਜੜ ਹੋ ਕੇ ਪਈ ਰਹਿੰਦੀ ਆ ਉੱਥੇ ਮੰਜੇ ਤੇ। आत्मलिंग देह प्रकाश है। ਫਿਰ ਅੰਦਰ ਸੂਖਸ਼ਮ ਦੇਹ ਹੁੰਦੀ, ਸੂਖਸ਼ਮ ਸਰੀਰ ਹੁੰਦਾ ਹੈ ਸਵਪਨ ਦੇ ਵਿੱਚ। ਉਹਦੇ ਵਿੱਚ ਫਿਰ ਉਹ ਆਤਮਾ ਉਸ ਲਿੰਗ ਦੇਹ ਨੂੰ, ਸੂਖਸ਼ਮ ਦੇਹ ਨੂੰ ਪ੍ਰਕਾਸ਼ਦੀ ਹੈ। अनेक प्रकार न सुपना भासै। ਉੱਥੇ ਫਿਰ ਇਹਨੂੰ ਅਨੇਕਾਂ ਪ੍ਰਕਾਰ ਦੇ ਸੁਪਨੇ ਦਿਸਦੇ ਹਨ। सुपने केर पदार्थ भारे। ਉੱਥੇ ਸੁਪਨੇ 'ਚ ਬਹੁਤ ਸਾਰੇ ਪਦਾਰਥਾਂ ਨੂੰ ਵੇਖਦਾ ਹੈ। अर सुपने प्रकाश है सारे। ਫਿਰ ਉਹ ਸਾਰੇ ਸੁਪਨੇ ਨੂੰ ਜਿਹੜਾ ਪ੍ਰਕਾਸ਼ਦਾ ਹੈ जब सुखपति अवस्था होए। ਉਹ ਹੈ ਆਤਮਾ। ਫਿਰ ਗੂੜੀ ਨੀਂਦ ਵਿੱਚ ਜਦੋਂ ਚਲਿਆ ਜਾਂਦਾ ਸੁਖੋਪਤੀ ਵਿੱਚ तबै अभाव लिंग तन ਉੱਥੇ होए। ਸੂਖਮ ਸਰੀਰ ਵੀ ਖਤਮ ਹੋ ਜਾਂਦਾ ਹੈ। ਜਦੋਂ ਸੁਪਨੇ 'ਚ ਜਾਂਦਾ ਸਥੂਲ ਸਰੀਰ ਜੜ ਪੈ ਕੇ ਜ਼ਮੀਨ ਮੰਜੇ ਤੇ ਪਿਆ ਰਹਿੰਦਾ, ਉਹ ਹਿਲਦਾ ਨਹੀਂ। ਅੰਦਰ ਸੁਪਨੇ ਦਾ ਜਿਹੜਾ ਸਰੀਰ ਆ ਵੱਖਰਾ ਕੰਮ ਕਰਦਾ। ਜਦੋਂ ਗੂੜੀ ਨੀਂਦ 'ਚ ਚਲਾ ਜਾਂਦਾ
ਉਦੋਂ ਸੂਖਮ ਸਰੀਰ ਵੀ ਖਤਮ ਹੋ ਜਾਂਦਾ ਹੈ। ਜੀਵ ਆਤਮਾ ਇੰਦਰ ਸਰੂਪ, ਜਿਹੜੀ ਜੀਵ ਆਤਮਾ ਉਹਨੂੰ ਇੰਦਰ ਦਾ ਸਵਰੂਪ ਸਮਝ ਲਈਏ। ਇੰਦਰਾਣੀ ਲੈ ਬੁੱਧ ਅਨੂਪ, ਉਹਦੀ ਘਰ ਵਾਲੀ ਇੰਦਰਾਣੀ ਬੁੱਧੀ ਹੈ ਸਾਡੀ, ਜਿਹੜੀ ਜੀਵ ਆਤਮਾ ਹੈ ਉਹਦੀ ਜਿਹੜੀ ਘਰ ਵਾਲੀ ਇੰਦਰਾਣੀ ਸਾਡੀ ਬੁੱਧੀ ਆ, ਉਹਨੂੰ ਲੈ ਕੇ ਉਹ ਸੁਖ ਧਾਮ ਦੇ ਵਿੱਚ ਚਲਿਆ ਜਾਂਦਾ ਹੈ। ਹਿਰਦੇ ਸਦਨ ਮਹਿਲਹਿ ਬਿਸਰਾਮ, ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਜਾ ਕੇ ਵਿਸ਼ਰਾਮ ਕਰਦਾ ਹੈ। ਯਾਨੀ ਕਿ ਜੀਵ ਆਤਮਾ ਔਰ ਜਿਹੜੀ ਸਾਡੀ ਬੁੱਧੀ ਹੈ ਉਹ ਫਿਰ ਹਿਰਦੇ ਰੂਪੀ ਘਰ ਵਿੱਚ ਜਾ ਕੇ ਵਿਲੈ ਹੁੰਦੀ ਹੈ। ਤਬ ਲੋ ਸੁਖ ਪਤ ਹੈ ਸੁਖ ਧਾਮ, ਉਦੋਂ ਤੱਕ ਗੂੜੀ ਨੀਂਦ ਸੁਖਪਤੀ ਦੀ ਜਿਹੜੀ ਆ ਉਹ ਬਣੀ ਰਹਿੰਦੀ ਹੈ। ਬਹਰ ਉਠ ਹੈ ਲੈ ਕੇ ਨਿਜ ਰਾਨੀ, ਫਿਰ ਜਦੋਂ ਉੱਠਦਾ ਹੈ ਆਪਣੀ ਉਸੇ ਬੁੱਧੀ ਰੂਪੀ ਰਾਣੀ ਨੂੰ ਨਾਲ ਲੈ ਕੇ, ਸਰਬ ਸਰੀਰ ਕਰਹਿ ਸਵਧਾਨੀ, ਉਹ ਫਿਰ ਤਿੰਨਾਂ ਸਰੀਰਾਂ ਨੂੰ ਫਿਰ ਸਾਵਧਾਨ ਕਰ ਦਿੰਦੀ ਹੈ। ਜਾਗਰਤ ਅਵਸਥਾ ਕੋ ਜਬ ਪਾਏ, ਜਦੋਂ ਜਾਗਰਤ ਅਵਸਥਾ ਵਿੱਚ ਆਉਂਦਾ ਹੈ ਕਹੈ ਵਿਸ਼ੈ ਕੋ ਸਹਿਜ ਸੁਭਾਏ, ਫਿਰ ਇਹ ਵਿਸ਼ਿਆਂ ਨੂੰ ਸਹਿਜ ਸੁਭਾਏ ਗ੍ਰਹਿਣ ਕਰਨ ਲੱਗ ਪੈਂਦਾ ਹੈ। ਲਹੈ ਸਥਿਰਤਾ ਲੋਚਨ ਦਾਏ, ਫਿਰ ਇਹ ਆਪਣੇ ਸੱਜੀ ਅੱਖ ਦੇ, ਜਿਹੜੀ ਜੀਵ ਆਤਮਾ ਫਿਰ ਉਹ ਸੱਜੀ ਅੱਖ ਦੇ ਵਿੱਚ ਨਿਵਾਸ ਕਰਦੀ ਹੈ। ਬੁੱਧ ਇੰਦਰਾਣੀ ਥਿਰ ਹੋਇ ਬਾਏ, ਜਿਹੜੀ ਬੁੱਧੀ ਹੈ ਉਹ ਖੱਬੀ ਅੱਖ ਦੇ ਵਿੱਚ ਜਿਹੜੀ ਉੱਥੇ ਨਿਵਾਸ ਕਰਦੀ ਇੰਦਰਾਣੀ ਬਣ ਕੇ, ਰਾਣੀ ਬਣ ਕੇ। ਇੰਦਰੀਏ ਵਿਖੈ ਪ੍ਰਕਾਸ਼ਨ ਠਾਨੈ, ਫਿਰ ਇੰਦਰੀਆਂ ਦੇ ਵਿਸ਼ਿਆਂ ਨੂੰ ਉਹ ਪ੍ਰਕਾਸ਼ਦੀ ਹੈ। ਸੁਪਨ ਸਖੋਪਤ ਤਬ ਦੁਐ ਠਾਨੈ, ਸੁਪਨ ਤੇ ਸਖੋਪਤੀ ਦੀ ਜਿਹੜੀ ਅਵਸਥਾ ਹੈ ਉਹਨਾਂ ਦੋਨਾਂ ਦਾ ਨਾਸ ਹੋ ਜਾਂਦਾ ਜਾਗਰਤੀ ਵਿੱਚ। ਜਾਂ ਤੇ ਮਿਥਿਆ ਤੀਨ ਅਵਸਥਾ, ਇਸ ਕਰਕੇ ਤਿੰਨੇ ਅਵਸਥਾਵਾਂ ਹੀ ਮਿਥਿਆ ਨੇ, ਚਾਹੇ ਜਾਗਰਤ ਹੈ, ਸੁਪਨ ਹੈ, ਚਾਹੇ ਸੁਖੋਪਤੀ ਹੈ। ਮਿਥਿਆ ਤੀਨ ਸਰੀਰ ਬਿਫਸਥਾ, ਜਿਹੜੇ ਤਿੰਨ ਸਰੀਰ ਨੇ ਸਥੂਲ ਸੂਖਸ਼ਮ ਤੇ ਕਾਰਨ, ਇਹ ਵੀ ਝੂਠੇ ਨੇ, ਬਿਨਸਦੇ ਨੇ ਨਾ, ਵਿੱਚੇ ਵਿੱਚੇ ਬਿਨਸੀ ਜਾਏ। ਪਹਿਲਾਂ ਸਥੂਲ ਪੈ ਗਿਆ, ਜੜ ਹੋ ਕੇ ਸੁਪਨੇ 'ਚ ਚਲਾ ਗਿਆ, ਸੁਪਨੇ ਦਾ ਵੀ ਸਰੀਰ ਖਤਮ ਹੋ ਗਿਆ ਜਦੋਂ ਗੂੜੀ ਨੀਂਦ 'ਚ ਚਲਾ ਗਿਆ। ਗੂੜੀ ਨੀਂਦ ਵਿੱਚ ਜਾ ਕੇ ਫਿਰ ਉਹ ਕਾਰਨ ਸਰੀਰ ਜਦੋਂ ਜਾਗਦਾ ਹੈ ਫਿਰ ਉਦੋਂ ਵੀ ਖਤਮ ਹੋ ਗਿਆ। ਫਿਰ ਜਿਹੜੇ ਨਾਸ਼ਵਾਨ ਨੇ ਤਿੰਨੇ ਸਰੀਰ, ਬਾਰੰਬਾਰ ਵਿਚਾਰਨ ਐਸੇ, ਇਹਨੂੰ ਬਾਰ-ਬਾਰ ਵਿਚਾਰਨਾ ਆਪਣੇ ਹਿਰਦੇ 'ਚ ਕਿ ਆਹ ਸਥੂਲ ਸਰੀਰ ਵੀ ਬਿਨਸਣ ਵਾਲਾ ਹੈ, ਸੂਖਸ਼ਮ ਵੀ ਬਿਨਸਣ ਵਾਲਾ ਹੈ, ਸੇ ਕਾਰਨ ਵੀ ਬਿਨਸਣੇ ਵਾਲਾ ਹੈ। ਇਸੇ ਤਰ੍ਹਾਂ ਮੈਂ ਜਾਗਰਤ ਨਹੀਂ ਹਾਂ, ਮੈਂ ਸੁਖੋਪਤੀ ਵਿੱਚ ਵੀ ਹਾਂ, ਮੈਂ ਸੁਪਨ ਦੇ ਵਿੱਚ ਵੀ ਉਹਨੂੰ ਵੇਖਣ ਵਾਲਾ, ਉਹਦਾ ਪ੍ਰਕਾਸ਼ਕ ਹਾਂ। ਏਦਾਂ ਆਪਣੇ ਹਿਰਦੇ 'ਚ ਇਹਦਾ ਮਨਨ ਕਰਨਾ, ਇਹਨੂੰ ਮਨਨ ਕਹਿੰਦੇ ਹਨ। ਮਨਨ ਵਿਚਾਰ ਨਾਮ ਇਸ ਹੈਸੇ, ਇਹਦਾ ਨਾਮ ਮਨਨ ਵਿਚਾਰ ਹੈ, ਇਸ ਨੂੰ ਮਨਨ ਵਿਚਾਰ ਕਿਹਾ ਜਾਂਦਾ ਹੈ। ਮਨ ਕੀ ਬ੍ਰਿਤਾ ਪੰਚ ਵਿਦ ਹੋਏ, ਇਹਦਾ ਨਾਮ ਹੈ ਮਨਨ, ਇਹਨੂੰ ਮਨਨ ਕਿਹਾ ਜਾਂਦਾ ਹੈ। ਪਹਿਲਾਂ ਸ਼ਰਵਣ ਦੱਸਿਆ, ਹੁਣ ਮਨਨ ਦੱਸਿਆ। ਹੁਣ ਅੱਗੇ ਮਨ ਦੀਆਂ ਜਿਹੜੀਆਂ ਵਿਰਤੀਆਂ ਨੇ ਉਹ ਫਿਰ 5 ਪ੍ਰਕਾਰ ਦੀਆਂ ਨੇ। 5 ਪ੍ਰਕਾਰ ਦੀਆਂ ਵਿਰਤੀਆਂ, ਫਿਰ ਉਹਨਾਂ ਦਾ ਅੱਗੇ ਵਰਣਨ ਹੋ ਰਿਹਾ ਹੈ। ਉਹ 5 ਪ੍ਰਕਾਰ ਦੀਆਂ ਜਿਹੜੀਆਂ ਵਿਰਤੀਆਂ ਨੇ ਮਨ ਦੀਆਂ, ਇੱਕ ਹੈ ਪ੍ਰਮਾਣ, ਦੂਜੀ ਹੈ ਵਿਪਰਜੈ, ਤੀਜੀ ਹੈ ਵਿਕਲਪ, ਚੌਥੀ ਹੈ ਨਿੰਦਰਾ ਔਰ ਪੰਜਵੀਂ ਹੈ ਸਿਮਰਤੀ। ਇਹ 5 ਬਿਰਤੀਆਂ ਸਾਡੇ ਅੰਦਰ ਕਿਵੇਂ ਕਿਵੇਂ ਕੰਮ ਕਰਦੀਆਂ ਨੇ ਉਹਦਾ ਜ਼ਿਕਰ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੇ ਘਰ ਦੀ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ
ਸਦਾ ਸੰਗ ਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।